ਨਾਲ ਤੁਹਾਡੀ ਫੋਟੋ ਵੀ ਵਾਇਰਲ ਹੋ ਰਹੀ ਆ ਕਿ ਭਾਈ ਪਰਮਜੀਤ ਸਿੰਘ ਪੰਜਵਾੜਾ ਨਾਲ ਤੁਸੀਂ ਬੈਠੇ ਹੋ, ਬਹੁਤ ਪੁਰਾਣੀ ਤਸਵੀਰ ਆ ਤੁਹਾਡੀ ਉਹਦੀ। ਹਾਂਜੀ, ਉਹ ਤਾਂ ਮੈਨੂੰ ਵੀ ਬੜੀ ਹੈਰਾਨੀ ਹੋਈ ਕਿ ਉਹ ਕਿੱਥੋਂ ਨਿਕਲੇ ਉਹ ਤਸਵੀਰ। ਹਾਂ, ਉਹ ਉਧਰਲੇ ਪਾਰ ਦੀ ਆ ਤੇ ਉੱਥੇ ਅਸੀਂ ਇੱਦਾਂ ਪਠਾਨ ਡਰੈਸ 'ਚ ਰਹਿੰਦੇ ਹੁੰਦੇ ਸੀ, ਪਠਾਨ ਦਸਤਾਰ ਦੇ ਵਿੱਚ। ਸਭ ਤੋਂ ਪਹਿਲਾਂ ਤਾਂ ਇਹ ਜਾਣੀ ਕਿ ਦੁਨੀਆ 'ਚ ਆਪਾਂ ਨੂੰ ਦਿਖਾਉਣਾ ਚਾਹੀਦਾ ਕਿ ਇੰਨਾ ਲੰਮਾ ਸਮਾਂ ਹੋ ਗਿਆ ਅਸੀਂ ਗੁਰਮਤਿ ਹੀ ਨਹੀਂ ਕੀਤਾ। ਪਹਿਲਾਂ ਤਾਂ ਆਪਾਂ ਸਾਰੇ ਇਕੱਠੇ ਹੋ ਕੇ ਇਹ ਦੁਨੀਆ ਨੂੰ ਦਿਖਾਈਏ ਕਿ ਅਸੀਂ ਅੱਜ ਦੇ ਸਮਿਆਂ 'ਚ ਵੀ ਗੁਰਮਤਿ ਕਰ ਸਕਦੇ ਹਾਂ। ਰਾਜਨੀਤਿਕ ਧਿਰਾਂ ਵੀ ਆ ਸਕਦੀਆਂ ਜਿਹੜੀਆਂ ਸਾਡੀਆਂ ਹੈਗੀਆਂ, ਜਿਵੇਂ ਸ਼੍ਰੋਮਣੀ ਅਕਾਲੀ ਦਲ ਆਪਾਂ ਗੱਲ ਕਰਦੇ ਹਾਂ। ਇਹ ਵੀ ਪੰਥ ਨੂੰ ਪ੍ਰਣਾਏ ਆ, ਜਿਹੜਾ ਦਾ ਪੰਥ ਅਕਾਲ ਤਖਤ ਨੂੰ ਪ੍ਰਣਾਏ ਆ, ਉਹ ਸਾਰੇ ਆ ਸਕਦੇ ਆ, ਬਸ਼ਰਤੇ ਕਿ ਉਹ ਕਿਸੇ ਹੋਰ ਸਟੇਟ ਦੇ ਤਹਿਤ ਅਧੀਨ ਨਾ ਚੱਲਦੇ ਹੋਣ। ਇਸ ਕਿਤਾਬ ਦੇ ਵਿੱਚ ਕਿਹੜਾ ਇਤਿਹਾਸ ਮੋਇਆ ਹੋਇਆ ਹੋਣਾ, ਜਿਵੇਂ ਪਹਿਲੀ ਕਿਤਾਬ ਸੀ ਉਹ? ਇੱਕ ਤਾਂ ਗੱਲ ਹੈਗੀ ਸਾਧਨਾ ਦੀ, ਜਿੱਦਾਂ ਪੈਸੇ ਆ, ਠਹਿਰਾਂ ਆ, ਹਥਿਆਰ ਆ, ਇਹਦੇ ਬਾਰੇ ਵੀ ਸਟੇਟ ਨੇ ਬਹੁਤ ਜ਼ਿਆਦਾ ਗਲਤ ਫਹਿਮੀਆਂ ਅਪਣਾਈਆਂ ਸੀ। ਸ਼ਹਾਦਤਾਂ ਬਾਰੇ ਆ, ਸਿਦਕ ਤੇ ਸ਼ਹਾਦਤਾਂ ਬਾਰੇ। ਕੁਛ ਸਿੰਘ ਜਿਨ੍ਹਾਂ ਨੂੰ ਮੈਂ ਜਾਣਦਾ ਉਹ ਕਿੱਦਾਂ ਸ਼ਹੀਦ ਹੋਏ। ਇਹ ਪੰਜਾਬ ਤਾਂ ਨਵਾਂ ਆ, ਇਹ ਜਿਹੜੇ ਕੋਈ ਵੀ ਗੈਂਗਸਟਰ ਵੱਡੇ ਤੋਂ ਵੱਡਾ ਬਿਨਾਂ ਸਟੇਟ ਤੋਂ, ਬਿਨਾਂ ਸੀਨੀਅਰ IPS ਅਫਸਰਾਂ ਤੋਂ ਬਿਲਕੁਲ ਨਹੀਂ ਚੱਲਦੇ। ਕਿਵੇਂ ਵੇਖਦੇ ਹੋ ਜੀ ਕਿਤਾਬਾਂ ਇਹੋ ਜਿਹਾ ਇਤਿਹਾਸ ਪੜ੍ਹਿਆ ਜਾਂਦਾ ਜਦੋਂ ਨੌਜਵਾਨਾਂ ਨੂੰ ਪਤਾ ਲੱਗੂਗਾ ਇਹਦੇ ਬਾਰੇ ਕਿ ਕਿਵੇਂ ਸੀ 80 ਤੋਂ 90 ਦਾ ਦਹਾਕਾ ਖਾੜਕੂ ਸੰਘਰਸ਼ ਦੀ ਕਹਾਣੀ? ਉਸ ਨੂੰ ਸਾਰੇ ਕਾਸੇ ਨੂੰ ਜਿਸ ਦੀ ਅਸੀਂ ਘਾਟ ਮਹਿਸੂਸ ਕਰਦੇ ਸੀ, ਉਸ ਐਂਗਲ ਤੋਂ, ਸਿੱਖ ਐਂਗਲ ਤੋਂ ਇਹ ਲਿਖਿਆ ਗਿਆ। ਜਿਹੜੇ ਪਹਿਲੇ ਸੰਘਰਸ਼ ਚੱਲਦੇ ਰਹੇ ਉਹਨਾਂ ਵਿੱਚ ਵੀ ਇਤਿਹਾਸ ਲਿਖਣ ਵਾਲੇ ਬਹੁਤ ਸਨ, ਪਰ ਜ਼ਿਆਦਾਤਰ ਇਤਿਹਾਸ ਨੂੰ ਤਰੋੜ ਮਰੋੜ ਕੇ ਲਿਖਣ ਵਾਲੇ ਜ਼ਿਆਦਾ ਸਨ। ਤੇ ਸਾਡਾ ਜਿਹੜਾ ਸੀ ਹੁਣ ਤੱਕ ਚੱਲਿਆ 1978 ਤੋਂ, ਤੁਸੀਂ ਬਹੁਤ ਘੱਟ ਲਿਖਿਆ। ਜੇ ਖੂਨ ਕੇ ਸੋਲੇ ਗਾਵੀਆ ਨਾਨਕ ਲਿਖਿਆ ਨਾਵਲ, ਉਹ ਤੁਸੀਂ ਉੱਥੇ ਐਂਡ ਕੀਤਾ ਜਿੱਥੇ ਸਾਡੀ ਬਦਨਾਮੀ ਹੁੰਦੀ ਹੈ। ਹੱਡੀ ਹੰਡਾਇਆ ਹੋਏ ਸਾਰਾ ਸੰਘਰਸ਼ ਉਹ ਹੀ ਸੱਚ ਦਾ ਵਰਤਾਂਤ ਕਰ ਸਕਦਾ। ਦੂਜੇ ਰਾਈਟਰ ਲਿਖਦੇ ਨੇ ਉਹ ਅੰਦਾਜ਼ੇ ਲਾ ਕੇ ਲਿਖਦੇ ਨੇ, ਜਾਂ ਸੁਣੀਆਂ ਸੁਣਾਈਆਂ ਗੱਲਾਂ ਸੁਣ ਕੇ ਲਿਖਦੇ ਨੇ, ਜਾਂ ਦੁਸ਼ਮਣ ਦਾ ਪੱਖ ਸੁਣ ਕੇ ਉਹਦੇ 'ਤੇ ਹੀ ਕੈਲ ਹੋ ਜਾਂਦੇ ਨੇ ਤੇ ਉਹਨੂੰ ਹੀ ਬਿਆਨ ਕਰ ਦਿੰਦੇ ਨੇ। ਉਹ ਸੱਚ ਨਹੀਂ ਹੁੰਦਾ। ਸਾਖੀ ਦਾ ਮਤਲਬ ਹੁੰਦਾ ਗਵਾਹੀ, ਉਹ ਬਹੂ ਜੋ ਵਾਪਰਿਆ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤਜਿੰਦਰ ਸਿੰਘ। ਕੁਝ ਦਿਨ ਪਹਿਲਾਂ ਆਪਾਂ ਭਾਈ ਦਲਜੀਤ ਸਿੰਘ ਬਿੱਟੂ ਦੇ ਨਾਲ ਉਹਨਾਂ ਨਾਲ ਗੱਲਬਾਤ ਕੀਤੀ ਸੀ ਤੇ ਉਹਨਾਂ ਦੀ ਕਿਤਾਬ ਦੇ ਉੱਤੇ ਵੀ ਗੱਲਬਾਤ ਕੀਤੀ ਤੇ ਕੁਝ ਕੁ ਪਹਿਲੂ ਅਸੀਂ ਲੈ ਕੇ ਚੱਲੇ ਸੀ। ਤੇ ਮੈਂ ਤੁਹਾਨੂੰ ਕਿਹਾ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਫੇਰ ਆਪਾਂ ਗੱਲ ਛੇੜਾਂਗੇ ਤੇ ਫਿਰ ਭਾਈ ਦਲਜੀਤ ਸਿੰਘ ਬਿੱਟੂ ਨਾਲ ਗੱਲਬਾਤ ਕਰਾਂਗੇ। ਪਰ ਇਹ ਨਹੀਂ ਸੀ ਪਤਾ ਕਿ ਭਾਈ ਦਲਜੀਤ ਸਿੰਘ ਬਿੱਟੂ ਨੇ ਜਦੋਂ ਦੂਜੀ ਵਾਰੀ ਗੱਲਬਾਤ ਕਰਾਂਗੇ ਉਹ ਦੂਜੀ ਕਿਤਾਬ ਲੈ ਕੇ ਹਾਜ਼ਰ ਹੋ ਜਾਣਗੇ। ਤੇ ਅੱਜ ਉਹਨਾਂ ਦੀ ਇੱਕ ਕਿਤਾਬ ਹੋਰ ਲਾਂਚ ਹੋ ਚੁੱਕੀ ਆ, ਖਾੜਕੂ ਸੰਘਰਸ਼ ਦੀ ਸਾਖੀ 2, ਸਾਧਨ, ਸਬੱਬ, ਸਿਦਕ ਅਤੇ ਸ਼ਹਾਦਤ। ਜਿਹੜੀ ਉਸ ਕਿਤਾਬ ਦਾ ਜਦੋਂ ਮੈਂ ਪੜ੍ਹ ਰਿਹਾ ਸੀ ਤੇ ਮੈਂ ਭਾਈ ਸਾਹਿਬ ਨੂੰ ਪੁੱਛਿਆ ਕਿ ਉਹ ਕਿਤਾਬ ਦੇ ਵਿੱਚ ਤੇ ਕਿਤੇ ਜ਼ਿਕਰ ਨਹੀਂ ਹੋਇਆ। ਜੇ ਆਪਾਂ ਵੱਡੇ ਚਿਹਰਿਆਂ ਦੀ ਗੱਲ ਕਰਦੇ ਹਾਂ, ਇਹਨਾਂ ਦੇ ਵਿੱਚ ਤੁਸੀਂ ਉਹ ਲਾਵਾਂ ਦਾ ਜ਼ਿਕਰ ਕੀਤਾ ਜਿਹੜੇ ਆਮ ਲੋਕ ਸੀ ਜਿਨ੍ਹਾਂ ਦੇ ਘਰੋਂ ਕਿਤੇ ਪ੍ਰਸ਼ਾਦਾ ਛਕ ਲਿਆ ਤੇ ਗਾਹੇ ਬਗਾਹੇ ਪ੍ਰਸ਼ਾਸਨ ਉਹਨਾਂ ਨੂੰ ਤੰਗ ਕਰਤਾ, ਜਾਂ ਆਮ ਲੋਕ ਸੀ ਜਿਨ੍ਹਾਂ ਨੇ ਬੇਸ਼ੱਕ ਜਿਵੇਂ ਅਰਦਾਸ ਬੇਨਤੀ 'ਚ ਆਉਂਦਾ ਕਿ ਸਿੰਘਾਂ ਸਿੰਘਣੀਆਂ ਨੇ ਸਿਦਕ ਨਹੀਂ ਹਾਰੇ, ਉਹ ਗੱਲਾਂ ਬਾਤਾਂ ਜ਼ਰੂਰ ਤੁਸੀਂ ਜ਼ਿਕਰ ਕੀਤਾ। ਪਰ ਵੱਡੇ ਲੋਕਾਂ ਦੇ ਜਿਹੜੇ ਨਾਮੀ ਨਾਮ ਸੀ, ਜਿਵੇਂ ਕੁਝ ਦਿਨ ਪਹਿਲਾਂ ਭਾਈ ਪਰਮਜੀਤ ਸਿੰਘ ਪੰਜਵਾੜਾ ਦੀ ਸ਼ਹਾਦਤ ਜਾਂ ਪੀ ਚੁੱਕੇ ਆ, ਉਹਨਾਂ ਬਾਰੇ ਨਹੀਂ ਮਿਲਿਆ। ਬਹੁਤ ਇਹੋ ਜਿਹੇ ਯੋਧੇ ਸੀ ਜਿਨ੍ਹਾਂ ਦਾ ਇਤਿਹਾਸ ਦੇ ਵਿੱਚ ਜ਼ਿਕਰ ਤੇ ਬਹੁਤ ਥਾਂ ਆਉਂਦਾ, ਪਰ ਤੁਹਾਡੀ ਕਿਤਾਬ ਦੇ ਵਿੱਚ ਉਹ ਪਹਿਲੂ ਨਹੀਂ ਛੂਏ ਗਏ। ਤੇ ਕਹਿੰਦੇ ਕਿ ਆਉਣ ਵਾਲਾ ਸਮਾਂ ਹੋਊਗਾ ਸ਼ਾਇਦ ਉਹਦੇ ਵਿੱਚ ਆਉਣਗੇ ਵੀ, ਪਰ ਕਹਿੰਦੇ ਕਿ ਬਹੁਤਾਤ ਮੇਰਾ ਕੰਮ ਸੀ ਕਿ ਜਿਹੜੇ ਆਮ ਲੋਕ ਸੀ ਉਹ ਕਿਸ ਤਰ੍ਹਾਂ ਵਿਚਰੇ, ਜੇ ਸਿੰਘਾਂ ਦੀਆਂ ਕਿੱਦਾਂ ਸੇਵਾਵਾਂ ਕੀਤੀਆਂ, ਉਹ ਕਿੱਦਾਂ ਦੇ ਲੋਕ ਸੀ, ਉਹਨਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਸਾਖੀ ਦੇ ਵਿੱਚ ਸੀ। ਤੇ ਅੱਜ ਜਿਹੜੀ ਕਿਤਾਬ ਲਾਂਚ ਕੀਤੀ ਆ ਬਿਲਕੁਲ ਅਕਾਲ ਤਖਤ ਸਾਹਿਬ ਦੇ ਹੀ ਸਾਹਮਣੇ ਆ ਤੇ ਭਾਈ ਦਲਜੀਤ ਸਿੰਘ ਬਿੱਟੂ ਵੀ ਨਾਲ ਆ ਸਾਡੇ। ਬਹੁਤ ਹੀ ਪਿਆਰੀਆਂ ਸ਼ਖਸੀਅਤਾਂ ਹੋਰ ਵੀ ਆ ਤੇ ਸਤਨਾਮ ਸਿੰਘ ਜੀ ਸਾਡੇ ਨਾਲ ਜੁੜ ਚੁੱਕੇ ਆ। 5 ਪਿਆਰੇ ਸਾਹਿਬਾਨ ਜਿਹੜੇ ਕਿ ਸੇਵਾਵਾਂ ਦਿੰਦੇ ਸੀ, ਉਹ ਵੀ ਸਾਰੇ ਸਾਡੇ ਨਾਲ। ਭਾਈ ਸਾਹਿਬ ਪਹਿਲਾਂ ਫਤਿਹ ਸਾਂਝ ਕਰਦੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇੱਕ ਦੂਜੀ ਕਿਤਾਬ ਤੁਸੀਂ ਲੈ ਕੇ ਹਾਜ਼ਰ ਹੋਏ ਹੋ ਤੇ ਮੇਰਾ ਉਹ ਸਵਾਲ ਸੀ ਜਿਹੜਾ ਮੈਨੂੰ ਲੱਗਦਾ ਜੋ ਜਵਾਬ ਹੀ ਮਿਲ ਚੁੱਕਾ ਹੋਗਾ ਸੰਗਤਾਂ ਨੂੰ, ਕਿ ਬੜਾ ਸਮਾਂ ਜਿਹੜਾ ਤੁਸੀਂ ਪਿੱਛੇ ਰਿਹਾ ਤੇ ਤੁਸੀਂ ਕਿਹਾ ਸੀ ਕਿ ਮੈਂ ਕੁਛ ਨਾ ਕੁਛ ਕਰਦਾ ਹੀ ਰਿਹਾ ਸੀ, ਤੇ ਉਹ ਸਾਹਮਣੇ ਆ ਚੁੱਕਾ ਕਿ ਭਾਈ ਦਲਜੀਤ ਸਿੰਘ ਬਿੱਟੂ ਚੁੱਪ ਨਹੀਂ ਸੀ, ਉਹ ਕੁਛ ਨਾ ਕੁਛ ਕਲਮਬੱਧ ਕਰ ਰਹੇ ਸੀ। ਹਾਂ, ਇਸ ਕਿਤਾਬ ਦੇ ਵਿੱਚ ਪਹਿਲੀ ਕਿਤਾਬ ਤਾਂ ਇਹ ਸੀ ਕਿ ਜਿਹੜੇ ਬਿਲਕੁਲ ਗੁੰਮਨਾਮ, ਅਣਜਾਣੇ, ਜਿਨ੍ਹਾਂ ਨੂੰ ਕੋਈ ਜਾਣਦਾ ਨਹੀਂ, ਉਹਨਾਂ ਬਾਰੇ ਗੱਲ ਕੀਤੀ ਸੀ, ਜਿਹੜੇ ਸਾਡਾ ਆਧਾਰ ਹੁੰਦੇ ਹੈ ਨਾ। ਇਹਦੇ ਵਿੱਚ ਕੁਛ ਸਿੰਘਾਂ ਦੀ ਆਈ, ਕੁਛ ਸਿੰਘਾਂ ਦੀ ਜੀਵਨੀ ਆ, ਕੁਛ ਸਾਧਨਾ ਬਾਰੇ ਆ, ਕੁਛ ਸਬੱਬ ਬਾਰੇ ਆ, ਕੁਛ ਸਿਦਕ ਬਾਰੇ ਆ, ਕੁਛ ਸ਼ਹਾਦਤਾਂ ਬਾਰੇ ਆ।
ਕੁਛ ਜਿੱਦਾਂ ਤੁਸੀਂ ਜੀਵਨਾਂ ਬਾਰੇ ਵੱਡਿਆਂ ਬਾਰੇ ਕੁਛ ਸਿੰਘਾਂ ਦੀ ਹੈ, ਕੁਛ ਅੱਗੇ ਆਏਗੀ। ਕਿਉਂਕਿ ਮੈਂ ਕੋਈ ਸਾਹਿਤਕਾਰ ਜਾਂ ਮੈਂ ਕੋਈ ਕਵੀ ਤਾਂ ਹੈ ਨਹੀਂ, ਮੈਂ ਤਾਂ ਆਮ ਜਾਣੀ ਕਿ ਜੋ ਮੇਰੇ ਮਨ ਚ ਆਇਆ ਉਹ ਮੈਂ ਲਿਖਾ ਦਿੰਦਾ ਆ, ਹੈ ਨਾ। ਮੇਰੀ ਸਿੰਘਣੀ ਲਿਖਦੀ ਆ ਤੇ ਉਹ ਫਿਰ ਇਕੱਠਾ ਕਰਕੇ ਉਹ ਚੋਂ ਕੀ ਨਿਕਲਿਆ ਆ ਉਹ 2 ਕਿਤਾਬਾਂ ਕਰ ਦਿੱਤੀਆਂ ਆ। ਕੋਈ ਤਰਤੀਬ ਨਹੀਂ, ਕੋਈ ਇਸ ਤਰ੍ਹਾਂ ਨਹੀਂ ਹੈਗਾ। ਮਨ ਦੇ ਖਿਆਲਾਤ ਆਏ ਉਹ ਬੈਠੇ ਤੇ ਕਲਮਬੱਧ ਕਰਾ ਲਏ। ਇਸ ਕਰਕੇ ਉਹ ਜਿਹੜੀ ਵੱਡੀਆਂ ਸ਼ਖਸੀਅਤਾਂ ਦੀ ਤੁਸੀਂ ਗੱਲ ਕਰ ਰਹੇ ਹੋ, ਅਗਲੇ ਉਹ ਇੱਕ ਮਿੱਥ ਕੇ ਉਹ ਕਰਾਂਗੇ, ਕਿਉਂਕਿ ਉਹ ਬਹੁਤ ਵੱਡੀਆਂ ਸ਼ਖਸੀਅਤਾਂ। ਮੈਨੂੰ ਇਹ ਬੜਾ, ਮੈਂ ਕਈ ਵਾਰ ਸੋਚਦਾ ਹੁੰਦਾ, ਮੈਨੂੰ ਬੜਾ ਮਾਣ ਵਾਲੀ ਗੱਲ ਹੈ ਆਪਣੇ ਤੇ ਕਿ ਮੈਂ ਸੰਘਰਸ਼ ਦੇ ਦੌਰਾਨ ਜਿਹੜੇ ਸਭ ਤੋਂ ਵੱਡੀਆਂ ਸ਼ਖਸੀਅਤਾਂ ਸੀ ਉਹਨਾਂ 'ਚ ਬਹੁਤਾਤ ਨੂੰ ਮਿਲਿਆ ਆ ਤੇ ਉਹਨਾਂ ਦੀ ਸੰਗਤ ਮਾਣੀ ਆ। ਇਸ ਕਰਕੇ ਪੰਜਵੜ ਨਾਲ ਤੁਹਾਡੀ ਫੋਟੋ ਵੀ ਵਾਇਰਲ ਹੋ ਰਹੀ ਆ ਕਿ ਭਾਈ ਪਰਮਜੀਤ ਸਿੰਘ ਪੰਜਵੜ ਨਾਲ ਤੁਸੀਂ ਬੈਠੇ ਹੋ, ਬਹੁਤ ਪੁਰਾਣੀ ਤਸਵੀਰ ਆ ਤੁਹਾਡੀ ਉਹ ਵੀ ਹੈ। ਹਾਂਜੀ, ਉਹ ਤਾਂ ਮੈਨੂੰ ਵੀ ਬੜੀ ਹੈਰਾਨੀ ਹੋਈ ਕਿ ਉਹ ਕਿੱਥੋਂ ਨਿਕਲੇ ਉਹ ਤਸਵੀਰ। ਹਾਂ, ਉਹ ਉਧਰਲੇ ਪਾਰ ਦੀ ਆ ਤੇ ਉੱਥੇ ਅਸੀਂ ਇੱਦਾਂ ਪਠਾਨ ਡਰੈਸ 'ਚ ਰਹਿੰਦੇ ਹੁੰਦੇ ਸੀ, ਪਠਾਨ ਦਸਤਾਰ ਦੇ ਵਿੱਚ। ਇਹ ਕੋਈ ਤਸਵੀਰ ਸਨ 91 ਦੇ ਸ਼ੁਰੂ ਦੀ ਆ ਤੇ ਇਹ ਉਧਰ ਪਾਰ ਦੀ ਆ। ਤੇ ਭਾਊ ਪੰਜਵਾੜਾ ਨਾਲ ਕੁਝ ਹੋਰ ਸਿੰਘ ਆ, ਸ਼ਾਇਦ ਕੈਨੇਡਾ ਦੇ ਸਿੰਘ ਕੁਝ ਤਸਵੀਰਾਂ ਖਿੱਚ ਕੇ ਲੈ ਗਏ ਸੀ, ਉਹਨਾਂ ਤੋਂ ਆਈ ਹੋਏਗੀ। ਸ਼ਹਾਦਤਾਂ ਦਾ ਜ਼ਿਕਰ ਵੀ ਹੋਊਗਾ ਅਗਲੀਆਂ ਕਿਤਾਬਾਂ ਦੇ ਵਿੱਚ, ਜਿੱਦਾਂ ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹਾਦਤ ਜਾਮ ਪੀ ਚੁੱਕੇ ਇਸ ਟਾਈਮ ਦੇ ਉੱਤੇ ਵਿਦੇਸ਼, ਇਹ 'ਚ ਨਹੀਂ ਜਿਹੜੀ ਨੈਕਸਟ ਟਾਈਮ ਆਊਗੀ। ਹਾਂਜੀ, ਪਰਮਜੀਤ ਸਿੰਘ ਪੰਜਵੜ ਦੀ ਸ਼ਹਾਦਤ ਇੱਕ ਬਿਲਕੁਲ ਹੀ ਸਪੈਸ਼ਲ ਕਿਸਮ ਦਾ ਯਾਨੀ ਕਿ ਇਸ਼ੂ ਹੈ, ਜਦੋਂ ਸਟੇਟ ਨੇ ਕਿਸੇ ਹੋਰ ਸਟੇਟ 'ਚ ਜਾ ਕੇ ਇੱਕ ਗੁਪਤ ਆਪਰੇਸ਼ਨ ਕੀਤਾ। ਇਹਦੇ ਬਾਰੇ ਬਹੁਤ ਕੁਝ ਸਾਡੇ ਕੋਲ ਆਇਆ, ਹੋਰ ਵੀ ਆਏਗਾ ਤੇ ਇਹਦੇ ਬਾਰੇ ਵੀ ਲਿਖਾਂਗੇ ਜ਼ਰੂਰ। ਜੋ ਸੱਚ ਆ, ਜੋ ਸਾਡੇ ਤੱਕ ਆਇਆ, ਜੋ ਅਸੀਂ ਸਮਝਦੇ ਹਾਂ, ਅਸੀਂ ਲੈ ਕੇ ਆਵਾਂਗੇ, ਲਿਆ ਰਹੇ ਹਾਂ। ਆਪਾਂ ਇੱਕ ਜ਼ਿਕਰ ਕੀਤਾ ਸੀ, ਇੱਕ ਤੁਸੀਂ ਜਿਹੜਾ ਪ੍ਰੋਗਰਾਮ ਕਰ ਰਹੇ ਆ ਅਨੰਦਪੁਰ ਸਾਹਿਬ ਦੀ ਧਰਤੀ ਤੇ, ਮੈਨੂੰ ਕਾਲਸ ਆਈਆਂ ਸੀ ਵਿਦੇਸ਼ਾਂ ਦੀ ਧਰਤੀ ਤੋਂ ਕਿ ਉਹ ਪ੍ਰੋਗਰਾਮ ਕਿਸ ਤਰ੍ਹਾਂ ਦਾ ਹੋਊਗਾ। ਕਹਿੰਦੇ ਕਿ ਜਦੋਂ ਅਗਲੀ ਵਾਰੀ ਭਾਈ ਸਾਹਿਬ ਮਿਲਣ ਤੇ ਜ਼ਰੂਰ ਇਹ ਸਵਾਲ ਕਰਿਓ ਕਿ ਉਹ ਪ੍ਰੋਗਰਾਮ ਕਿਸ ਤਰ੍ਹਾਂ ਹੋਊਗਾ, ਕਿਹਨੂੰ ਸੱਦਾ ਵਾ, ਸਪੈਸ਼ਲ ਤੁਸੀਂ ਆਪ ਬੁਲਾਓਗੇ ਕਿ ਹਰ ਸਿੱਖ ਉੱਤੇ ਪਹੁੰਚ ਸਕਦਾ ਵਾ। ਉਹ ਬੇਸ਼ੱਕ ਨਾਨਕ ਨਾਮ ਲੈਵਾ ਸੰਗਤ ਜਿਹੜੀ UK 'ਚ ਬੈਠੀ ਆ, ਯੂਰਪ 'ਚ ਬੈਠੀ ਆ, ਕੈਨੇਡਾ ਅਮਰੀਕਾ 'ਚ ਬੈਠੀ ਆ, ਉਹਨਾਂ ਨੂੰ ਤੁਸੀਂ ਸਪੈਸ਼ਲ ਸੱਦਾ ਦਿਓਗੇ ਜਾਂ ਕੀ ਪ੍ਰੋਗਰਾਮ ਲਿਖਿਆ ਗਿਆ ਉਹਦੇ ਬਾਰੇ? ਦੇਖੋ, ਅਸੀਂ ਇੱਥੇ ਵੀ ਤੇ ਬਾਹਰ ਵੀ ਸਾਰੇ ਜਿੰਨੇ ਵੀ ਸਿੰਘ ਇੱਕ ਸੰਗਤ ਦੇ ਰੂਪ 'ਚ, ਜਥੇ ਦੇ ਰੂਪ 'ਚ ਵਿਚਰ ਰਹੇ ਨੇ, ਉਹਨਾਂ ਤੱਕ ਪਹੁੰਚ ਬਣਾ ਰਹੇ ਹਾਂ, ਵੱਧ ਤੋਂ ਵੱਧ ਕੋਸ਼ਿਸ਼ ਕਰ ਰਹੇ ਹਾਂ। ਤੇ ਅਸੀਂ ਉਹਨਾਂ ਨੂੰ ਕਹਿ ਰਹੇ ਹਾਂ ਕਿ ਤੁਸੀਂ ਇੱਕ ਜਥੇ ਦੇ ਰੂਪ 'ਚ, ਜਿਵੇਂ ਤੁਸੀਂ ਸੇਵਾ ਕਰ ਰਹੇ, ਕੋਈ ਧਰਮ ਦੇ ਵਿੱਚ ਕਰ ਰਿਹਾ, ਕੋਈ ਸਮਾਜ ਸੇਵਾ ਕਰ ਰਿਹਾ, ਕੋਈ ਕਿਸ ਤਰ੍ਹਾਂ ਦੀ ਸੇਵਾ ਕਰਦੇ ਆ, ਕੋਈ ਸੰਘਰਸ਼ ਕਰ ਰਿਹਾ, ਕਿ ਤੁਸੀਂ ਇੱਕ ਜਥੇ ਦੇ ਰੂਪ 'ਚ ਆਵੋ ਤੇ ਜਥੇ 'ਚ ਵੀ ਇਹ ਕੋਸ਼ਿਸ਼ ਕਰੋ ਕਿ ਜਿਹੜੀ ਗੱਲ ਅਸੀਂ ਉੱਥੇ ਕਰਨੀ ਆ, ਕਿ ਗੁਰਮਤਾ ਰਾਹੀਂ ਫੈਸਲਾ ਲੈਣਾ, ਕਲੈਕਟਿਵ ਡਿਸੀਜਨ ਤੇ ਉੱਥੇ ਬੈਠ ਕੇ ਯਾਨੀ ਕਿ ਸਾਂਝੀ ਲੀਡਰਸ਼ਿਪ ਚੁਣਨੀ, ਪੰਚ ਪ੍ਰਧਾਨੀ ਪ੍ਰਣਾਲੀ, ਉਹ ਤੁਸੀਂ ਆਪਣੇ ਜਥੇ ਵਿੱਚ ਵੀ ਕਰਕੇ ਆਓ ਤੇ ਆਪਣੇ ਵਿੱਚੋਂ 5 ਸਿੰਘ ਚੁਣ ਕੇ ਆਓ, ਜਿਹੜੇ ਉੱਥੇ 5 ਸਿੰਘ ਗੁਰਮਤਿ ਵਿੱਚ ਜਿਹੜਾ ਆਪਾਂ ਫੈਸਲਾ ਲੈਣਾ ਉਹਦੇ ਵਿੱਚ ਸ਼ਾਮਲ ਹੋਣ, ਕਿ ਅਕਾਲ ਤਖਤ ਦੇ ਜਿਸ ਤਰ੍ਹਾਂ ਦਾ ਅੱਜ ਪ੍ਰਬੰਧ ਆ ਉਹਦੇ ਬਾਰੇ ਉਹਦਾ ਕੀ ਕਰਨਾ, ਤੇ ਜਿਹੜਾ ਅਸਲ ਪ੍ਰਬੰਧ ਆ ਜੋ ਗੁਰੂ ਨੇ ਸਾਨੂੰ ਦਿੱਤਾ ਆ, ਜੋ ਚਾਹੀਦਾ ਆ, ਜਿਹੜਾ ਜਿੱਥੇ ਗੁਰਮਤਿ ਰਾਹੀਂ ਫੈਸਲੇ ਹੋਣ ਤੇ ਜਿੱਥੇ ਪੰਚ ਪ੍ਰਧਾਨੀ ਪ੍ਰਣਾਲੀ ਇਨਸਾਈ ਸਾਂਝੀ ਗਵਾਹੀ ਚੁਣੀ, ਉਹ ਕਿਵੇਂ ਚੁਣੀ ਜਾਵੇ, ਉਹ ਜਥਾ, ਉਹ ਸਿੰਘ ਕਿਹੜੇ ਹੋਣਗੇ ਜਿਹੜੇ ਸਰਬਤ ਖਾਲਸਾ ਸੱਦਣਗੇ, ਜਿਹੜੇ ਅਗਲੀ ਭੂਮਿਕਾ ਆਪਣੀ ਲੈਣਗੇ, ਉਹਦੇ ਲਈ ਉੱਥੇ ਆਪਾਂ ਵਿਚਾਰ ਵਟਾਂਦਰਾ ਕਰਨਾ। ਉੱਥੇ ਦੇਖੋ, ਅਸੀਂ ਜਥਿਆਂ ਦੇ ਰੂਪ 'ਚ ਬੰਦਿਆਂ ਨੂੰ ਸਾਰਿਆਂ ਨੂੰ ਕਹਿ ਰਹੇ ਹਾਂ, ਸਿੰਘ ਤਾਂ ਹਾਂ, ਕੁਛ ਸਪੈਸ਼ਲ ਜਿਹੜਾ ਕੋਈ ਸਿੰਘ ਹੈ ਉਹ ਇੰਡੀਵਿਜੂਅਲ ਤੌਰ ਤੇ ਵੀ ਆ ਸਕਦਾ ਆ, ਤੇ ਸਾਨੂੰ ਸਾਰੇ ਜਿੱਥੇ ਵੀ ਜਥੇ ਅਸੀਂ ਸਾਰਿਆਂ ਤੱਕ ਪਹੁੰਚ ਨਹੀਂ ਕਰ ਸਕਦੇ, ਤੇ ਜਿਹੜੇ ਵੀ ਸੁਣਦੇ ਹੋਣ, ਜਿਹੜੇ ਵੀ ਜਾਣੀ ਕਿ ਐਕਟਿਵ ਆ ਪੰਥ ਲਈ, ਸਿੱਖੀ ਲਈ, ਕਿਤੇ ਵੀ, ਉਹਨਾਂ ਨੂੰ ਚਾਹੀਦਾ ਆ ਕਿ ਆਪਣੇ ਨੁਮਾਇੰਦੇ ਇੱਥੇ ਭੇਜਣ, ਇਹਦੇ ਬਾਰੇ ਫੈਸਲਾ ਕਰਨ ਲਈ ਕਿ ਜੋ ਇਸ ਵੇਲੇ ਅਕਾਲ ਤਖਤ ਪ੍ਰਬੰਧ ਆ ਉਹ ਕਿੱਦਾਂ ਦਾ ਆ, ਤੇ ਉਹਦੇ ਬਦਲ 'ਚ ਜਿਹੜਾ ਅਸਲ ਆ ਅਸੀਂ ਕਿਵੇਂ ਲੈ ਕੇ ਆਉਣਾ। ਇਹ ਗੱਲ ਜਾਣੀ ਸਰਬੱਤ ਖਾਲਸੇ ਦੀ ਸ਼ੁਰੂਆਤ ਹੋਣ ਜਾ ਰਹੀ ਹੈ, ਲੱਗਦਾ ਤੁਹਾਨੂੰ ਕਿ ਇੱਥੋਂ ਨਹੀਂ ਰੱਖੀ ਜਾਊਗੀ ਕਿ ਆਉਣ ਵਾਲੇ ਸਮੇਂ 'ਚ ਛੇਤੀ ਸਰਬੱਤ ਖਾਲਸਾ ਤਾਂ ਦੀ ਸ਼ੁਰੂਆਤ ਲਈ ਪਹਿਲੀ ਗੱਲ ਤਾਂ ਇਹ ਹੈ ਕਿ ਨਹੀਂ ਕਿ ਕੋਈ ਉੱਥੇ ਸਿੰਘਾਂ ਦਾ ਉਹ ਜਿਹਾ ਜਥਾ ਹੋਵੇ, ਉੱਚੀਆਂ ਸ਼ਖਸੀਅਤਾਂ, ਉੱਚੇ ਕਰੈਕਟਰ, ਜਿਹੜੇ ਨੁਮਾਇੰਦੇ ਹੋਣ ਪੰਥ ਦੇ, ਜਿਹੜੇ ਸਰਬੱਤ ਖਾਲਸਾ ਸੱਦ ਸਕਣ, ਜਿਹੜੇ ਸਾਖੀ ਬਣ ਕੇ, ਕੋਈ 5 ਦੇ ਰੂਪ 'ਚ ਇੱਕ, ਉਹ ਤਾਂ ਅੱਗੇ ਸਿੰਘਾਂ ਨੇ ਰਲ ਕੇ ਡਿਸਾਈਡ ਕਰਨਾ। ਇਹ ਤਾਂ ਸ਼ੁਰੂਆਤ ਆ ਉਹਨਾਂ ਨੂੰ ਚੁਣਨ ਦੀ। ਸਭ ਤੋਂ ਪਹਿਲਾਂ ਤਾਂ ਇਹ ਜਾਣੀ ਕਿ ਦੁਨੀਆ 'ਚ ਆਪਾਂ ਨੂੰ ਦਿਖਾਉਣਾ ਚਾਹੀਦਾ ਕਿ ਇੰਨਾ ਲੰਮਾ ਸਮਾਂ ਹੋ ਗਿਆ ਅਸੀਂ ਗੁਰਮਤਿ ਹੀ ਨਹੀਂ ਕੀਤਾ, ਹੁਣ ਆਪਣੇ ਸਿੱਖ ਕਹਿੰਦੇ ਕਿ ਕਿਵੇਂ ਕਰਾਂਗੇ,
ਪਹਿਲਾਂ ਤਾਂ ਆਪਾਂ ਸਾਰੇ ਇਕੱਠੇ ਹੋ ਕੇ ਇਹ ਦੁਨੀਆ ਨੂੰ ਦਿਖਾਈਏ ਕਿ ਅਸੀਂ ਅੱਜ ਦੇ ਸਮਿਆਂ 'ਚ ਵੀ ਗੁਰਮਤਾ ਕਰ ਸਕਦੇ ਹਾਂ। ਫਿਰ ਆਪਾਂ ਸਾਰੇ ਕਹਿੰਦੇ ਕਿ ਜਿਹੜਾ ਅੱਜ ਦਾ ਪ੍ਰਬੰਧ ਹੈ ਗੁਰਮਤਾ ਆਸ਼ੇ ਅਨੁਸਾਰ ਨਹੀਂ, ਪਰੰਪਰਾ ਅਨੁਸਾਰ ਨਹੀਂ, ਫਿਰ ਆਪਾਂ ਇਕੱਠੇ ਹੋ ਕੇ ਕਹੀਏ ਕਿ ਨਹੀਂ, ਤੇ ਜਿਹੜਾ ਅਸਲ ਆ ਗੁਰੂ ਦਾ ਦਿੱਤਾ ਆ, ਯਾਨੀ ਕਿ ਪੰਜ ਪ੍ਰਧਾਨੀ ਤੇ ਗੁਰਮਤੇ ਵਾਲਾ ਅਸੀਂ ਲੈ ਕੇ ਆਉਣਾ, ਤੇ ਉਹਦੇ ਲਈ ਫਿਰ ਉਹੋ ਜਿਹੇ ਜਥੇ ਨੂੰ ਪ੍ਰਗਟ ਕਰਨ ਨੂੰ, ਉਹਨੂੰ ਅੱਗੇ ਲਿਆਉਣ ਲਈ ਯਤਨ ਆਰੰਭ ਕਰੀਏ। ਇਹ ਉੱਥੇ ਹੀ ਸਿੰਘਾਂ ਸਾਰਿਆਂ ਨੇ ਫੈਸਲਾ ਲੈਣਾ ਆ। ਇਹ ਫੈਸਲਾ ਵਾਲ ਵੀ ਹੋਏਗਾ। ਅਸੀਂ ਤਾਂ ਜਨਰਲ ਜਾਨੀ ਕਿ ਡਾਇਰੈਕਸ਼ਨਾਂ ਬਾਰੇ ਗੱਲ ਕਰ ਸਕਦੇ ਹਾਂ। ਇਹਦੇ ਵਿੱਚ ਰਾਜਨੀਤਿਕ ਧਿਰਾਂ ਵੀ ਆ ਸਕਦੀਆਂ ਜਿਹੜੀਆਂ ਸਾਡੀਆਂ ਹੈਗੀਆਂ, ਜਿਵੇਂ ਸ਼੍ਰੋਮਣੀ ਅਕਾਲੀ ਦਲ ਆਪਾਂ ਗੱਲ ਕਰਦੇ ਹਾਂ, ਜਿਹੜੇ ਵੀ ਪੰਥ ਨੂੰ ਪ੍ਰਣਾਏ ਆ, ਜਿਹੜਾ ਦਾ ਪੰਥ ਅਕਾਲ ਤਖਤ ਨੂੰ ਪ੍ਰਣਾਏ ਆ, ਉਹ ਸਾਰੇ ਆ ਸਕਦੇ ਆ, ਬਸ਼ਰਤੇ ਕਿ ਉਹ ਕਿਸੇ ਹੋਰ ਸਟੇਟ ਦੇ ਤਹਿਤ ਅਧੀਨ ਨਾ ਚੱਲਦੇ ਹੋਣ, ਹਨਾ, ਉਹ ਆ ਸਕਦੇ। ਥੋੜਾ ਜਿਹਾ ਇਸ ਕਿਤਾਬ ਬਾਰੇ ਜਾਣਕਾਰੀ ਦੇ ਦਿਓ। ਇਸ ਕਿਤਾਬ ਦੇ ਵਿੱਚ ਕਿਹੜਾ ਇਤਿਹਾਸ ਸਮੋਇਆ ਹੋਇਆ ਹੋਣਾ, ਜਿਵੇਂ ਪਹਿਲੀ ਕਿਤਾਬ ਸੀ ਉਹ? ਇਸ ਕਿਤਾਬ ਵਿੱਚ ਇੱਕ ਤਾਂ ਗੱਲ ਹੈਗੀ ਸਾਧਨਾ ਦੀ, ਜਿੱਦਾਂ ਪੈਸੇ ਆ, ਠਹਿਰਾਂ ਆ, ਹਥਿਆਰ ਆ, ਇਹਦੇ ਬਾਰੇ ਵੀ ਸਟੇਟ ਨੇ ਬਹੁਤ ਜ਼ਿਆਦਾ ਗਲਤ ਫਹਿਮੀਆਂ ਫੈਲਾਈਆਂ ਸੀ। ਉਹ ਜੋ ਸੱਚ ਆ ਉਹ ਅੱਗੇ ਰੱਖਣ ਦੀ ਕੋਸ਼ਿਸ਼ ਕੀਤੀ ਆ। ਫਿਰ ਇਹਦੇ ਵਿੱਚ ਸ਼ਹਾਦਤਾਂ ਬਾਰੇ ਆ, ਸਿਦਕ ਤੇ ਸ਼ਹਾਦਤਾਂ ਬਾਰੇ। ਕੁਛ ਸਿੰਘ ਜਿਨ੍ਹਾਂ ਨੂੰ ਮੈਂ ਜਾਣਦਾ, ਉਹ ਕਿੱਦਾਂ ਸ਼ਹੀਦ ਹੋਏ, ਉਹਨਾਂ ਨੇ ਕਿਵੇਂ ਆਪਣਾ ਸਾਰਾ ਸਿਦਕ ਨਿਭਾਇਆ, ਉਹਨਾਂ ਬਾਰੇ ਆ। ਕੁਛ ਸਿੰਘਾਂ ਦੀਆਂ ਜੀਵਨੀਆਂ ਵੀ ਆ ਜਿਹੜਿਆਂ ਬਾਰੇ ਮੈਂ ਲਿਖਿਆ, ਜਿੱਦਾਂ ਉਹਨਾਂ ਦੀ ਕੁਛ ਜੀਵਨੀਆਂ ਵੀ। ਕੁਛ ਇਸ ਤਰ੍ਹਾਂ ਦੇ ਆ ਕਿ ਜਿੱਦਾਂ ਅਸੀਂ ਬਾਰਡਰ ਪਾਰ ਲੱਗੇ, ਉਹ ਕਿੱਦਾਂ ਦੇ ਸਫ਼ਰ ਸੀਗੇ, ਫਿਰ ਕਿੱਦਾਂ ਅਸੀਂ ਬਚਦੇ ਰਹੇ, ਕਿਵੇਂ ਸਾਨੂੰ ਦੁਸ਼ਮਣ ਲੱਭਦਾ ਰਿਹਾ ਤੇ ਅਸੀਂ ਕਿਵੇਂ ਗੁਰੂ ਰੱਖਦਾ ਰਿਹਾ, ਇੱਦਾਂ ਹੀ ਅਸੀਂ ਕਿਵੇਂ ਦੁਸ਼ਮਣ ਨੂੰ ਲੱਭਦੇ ਰਹੇ ਤੇ ਉਹ ਕਿਵੇਂ ਬਚਦੇ ਰਹੇ। ਉਹ ਜਿਹੜੀ ਸਬੱਬ ਦੇ ਥੈ ਉਹ ਗੱਲਾਂ ਆ, ਇਹੋ ਜਿਹੀਆਂ ਸਾਰਾ ਕੁਛ ਰਲਮਾ ਮਿਲਮਾ ਆ। ਅਸਲ 'ਚ ਇੱਕ ਸੋਸ਼ਲ ਮੀਡੀਆ, ਮੈਂ ਤੁਹਾਨੂੰ ਇੱਕ ਲਾਸਟ ਸਵਾਲ ਕਰਨਾ ਚਾਹੁੰਦਾ। ਸੋਸ਼ਲ ਮੀਡੀਆ ਦੇ ਵਿੱਚ ਬਹੁਤ ਪ੍ਰਚਾਰਿਆ ਜਾ ਰਿਹਾ ਕਿ ਜੇ ਪਰਮਜੀਤ ਸਿੰਘ ਪੰਜਵੜ ਤੇ ਵਿਦੇਸ਼ਾਂ ਦੀ ਧਰਤੀ ਤੇ ਹਮਲਾ ਹੋ ਸਕਦਾ, ਤੇ ਭਾਈ ਦਲਜੀਤ ਸਿੰਘ ਬਿੱਟੂ ਨੂੰ ਵੀ ਇਸ ਟਾਈਮ ਅਲਰਟ ਹੋਣਾ ਚਾਹੀਦਾ, ਵੇਖਣਾ ਚਾਹੀਦਾ ਵਾ ਕਿ ਇੱਥੇ ਵੀ ਕੁਝ ਹੋ ਸਕਦਾ। ਕਿਵੇਂ ਵੇਖਦੇ ਇਸ ਚੀਜ਼? ਨਹੀਂ, ਸਾਨੂੰ ਇਹ ਬਹੁਤ ਚਿਰ ਦਾ ਪਤਾ ਆ, ਤੇ ਇਹ ਗੱਲ ਮੈਂ ਤੁਹਾਨੂੰ ਦੱਸਿਆ ਵੀ ਸੀ ਕਿ ਪਰਮਜੀਤ ਨੇ ਮੈਨੂੰ ਥੋੜ੍ਹੇ ਕੁਛ ਮਹੀਨੇ ਪਹਿਲਾਂ ਇਹ ਗੱਲ ਕੀਤੀ ਵੀ ਸੀ ਕਿ ਆ ਕੁਛ ਹੋ ਰਿਹਾ ਤੇ ਹੋ ਸਕਦਾ ਆ। ਉਹ ਇੱਧਰ ਦੀ ਗੱਲ ਕਰ ਰਿਹਾ ਸੀ, ਉਹਨੂੰ ਨਹੀਂ ਪਤਾ ਲੱਗਿਆ ਕਿ ਉਹ ਉੱਥੇ ਉਹਦੇ ਨੇੜੇ ਪਹੁੰਚ ਗਏ ਆ। ਦੇਖੋ, ਸਟੇਟ ਤਾਂ ਸ਼ੁਰੂ ਤੋਂ ਹੀ ਉਹ ਕਲੀਅਰ ਆ। ਹੁਣ ਉਹਨਾਂ ਨੇ ਸਿੱਖ ਮਸਲਾ ਹੱਲ ਕਰਨਾ ਆ। ਉਹ ਸਾਰੇ ਤਰ੍ਹਾਂ ਦੀ ਸਿੱਖ ਲੀਡਰਸ਼ਿਪ, ਖਾਸ ਕਰਕੇ ਜਿਨ੍ਹਾਂ ਦਾ ਵੀ ਵਿਕਾਰ ਆ, ਉਹਨਾਂ ਦੇ ਵਿਕਾਰ ਨੂੰ ਢਾਉਣ ਤੇ ਲੱਗੀ ਆ ਤੇ ਉਹਨਾਂ ਨੂੰ ਖਤਮ ਕਰਨ ਜਾਂ ਇਰਰੈਲੇਵੈਂਟ ਕਰਨ ਤੇ ਲੱਗੀ ਹੋਈ ਆ। ਤੇ ਜਿਹੜੀ ਇਹ ਤੁਸੀਂ ਗੱਲ ਕਰਦੇ, ਹਮਲਾ ਹੋ ਸਕਦਾ ਆ, ਤੇ ਇਹ ਪਹਿਲਾਂ ਵੀ ਇਹੋ ਜਿਹੀਆਂ ਕੋਸ਼ਿਸ਼ਾਂ ਹੋਈਆਂ ਆ। ਤੇ ਇਹਦੇ ਬਾਰੇ ਹੁਣ ਮੈਂ ਇਹ ਕਹਾਂਗਾ ਕਿ ਜਿਹੜਾ ਗੈਂਗਸਟਰਿਜ਼ਮ ਵਾਲਾ ਕੰਮ ਆ ਰਿਹਾ ਪੰਜਾਬ ਨੂੰ, ਉਹ 'ਚ ਲਿਆਂਦਾ ਜਾ ਰਿਹਾ, ਫਿਰ ਉਹਨੂੰ ਨਸ਼ਿਆਂ ਨਾਲ ਜੋੜ ਦਿੱਤਾ ਗਿਆ ਆ, ਫਿਰ ਇਹਨਾਂ ਦੋਵਾਂ ਨੂੰ ਖਾਲਿਸਤਾਨ ਜੋੜਿਆ ਜਾ ਰਿਹਾ। ਇਹ ਇੱਕ ਡਿਜ਼ਾਈਨ ਦੇ ਤਹਿਤ ਹੀ ਕੀਤਾ ਜਾ ਰਿਹਾ ਆ। ਖਾਲਿਸਤਾਨ ਸੰਘਰਸ਼ ਦਾ ਨਸ਼ਿਆਂ ਨਾਲ, ਗੈਂਗਸਟਰਿਜ਼ਮ ਨਾਲ ਕੋਈ ਵੀ ਰਿਲੇਸ਼ਨ ਨਹੀਂ। ਕੋਈ ਵਰਗੇ ਸੰਤਾਂ ਦੀਆਂ ਤਸਵੀਰਾਂ ਲਾ ਕੇ, ਉਹ ਟੀ-ਸ਼ਰਟਾਂ ਪਾ ਕੇ, ਦੇਖੋ ਗੱਲ ਆ, ਉਹ ਗੱਲ ਡਿਫਰੈਂਟ ਆ। ਗੈਂਗਸਟਰ ਜਿਹੜੇ ਆ ਉਹ ਵੀ ਜਿਹੜੇ ਇੱਥੋਂ ਦੇ, ਉਹ ਸਾਡੇ ਹੀ ਬੱਚੇ ਨੇ, ਪਰ ਉਹ ਗਲਤ ਪਾਸੇ ਚਲੇ ਗਏ ਆ। ਅਸੀਂ ਉਹਨਾਂ ਨੂੰ ਇਹੀ ਯਾਨੀ ਕਿ ਉਮੀਦ ਕਰਦੇ ਆ, ਉਹਨਾਂ ਨੂੰ ਇਹੀ ਸਲਾਹ ਦੇਵਾਂਗੇ ਕਿ ਤੁਸੀਂ ਗਲਤ ਰਾਸਤਾ ਚੁਣ ਲਿਆ ਆ। ਜਿਹੜੇ ਅਣਖ ਕਰਕੇ ਜਾਂ ਐਂਟੀ ਸਟੇਟ ਹੋਣ ਕਰਕੇ ਉੱਧਰ ਗਏ, ਉਹਨਾਂ ਨੂੰ ਆਪਣੇ ਅਸਲ ਰਸਤੇ ਤੇ ਆਉਣਾ ਚਾਹੀਦਾ। ਇੱਥੇ ਪੰਜਾਬ ਦਾ ਇਤਿਹਾਸ ਜ਼ੁਲਮ ਦੇ ਖਿਲਾਫ ਲੜਨ ਦਾ ਆ, ਲਕਾਈ ਲਈ ਲੜਨ ਦਾ ਆ। ਇਹ ਕੋਈ ਉੱਦਾਂ ਹੀ ਏਮਲੈਸ ਆਪਣੇ ਫਾਇਦੇ ਜਾਂ ਪੈਸੇ ਲਈ ਜਾਂ ਸ਼ੋਹਰਤ ਲਈ ਹਿੰਸਾ ਕਰਨ ਦਾ ਨਹੀਂਗਾ। ਇਹ ਜਿੱਧਰ ਤੁਹਾਨੂੰ ਪਾਇਆ ਜਾ ਰਿਹਾ ਗਲਤ ਆ, ਤੇ ਇਹ ਸਟੇਟ ਹੀ ਇੱਧਰ ਨੂੰ ਤੁਹਾਨੂੰ ਲਿਜਾ ਰਿਹਾ ਆ, ਤੇ ਸਟੇਟ ਨੇ ਤੁਹਾਨੂੰ ਯੂਜ਼ ਕਰਕੇ ਉਹਨਾਂ ਨੇ ਤੁਹਾਨੂੰ ਖਤਮ ਕਰ ਦੇਣਾ। ਮੈਂ ਦਿੱਲੀ ਮੇਰੇ ਨਾਲ ਜਿਹੜੇ ਪਹਿਲਾਂ ਸਭ ਤੋਂ ਵੱਡੇ ਗੈਂਗਸਟਰ ਆ, ਸਾਡੇ ਉਹਨਾਂ ਨਾਲ ਬੜੇ ਚੰਗੇ ਸੰਬੰਧ ਰਹੇ ਆ, ਉਹਨਾਂ ਇਹ ਪੰਜਾਬ ਤਾਂ ਨਵਾਂ ਆ। ਇਹ ਜਿਹੜੇ ਕੋਈ ਵੀ ਗੈਂਗਸਟਰ ਵੱਡੇ ਤੋਂ ਵੱਡਾ ਬਿਨਾਂ ਸਟੇਟ ਤੋਂ, ਬਿਨਾਂ ਸੀਨੀਅਰ IPS ਅਫਸਰਾਂ ਤੋਂ ਬਿਲਕੁਲ ਨਹੀਂ ਚੱਲਦੇ। ਉਹਨਾਂ ਦੇ ਅਨੁਸਾਰ ਹੀ ਚੱਲਦੇ ਆ। ਜਦੋਂ ਤੱਕ ਉਹਨਾਂ ਨੂੰ ਜ਼ਰੂਰਤ ਹੁੰਦੇ ਆ ਉਹ ਚਲਾਈ ਰੱਖਦੇ ਆ। ਜੇ ਕੋਈ ਪੋਲੀਟਿਕਸ 'ਚ ਆ ਜਾਂਦਾ ਉਹ ਡਿਫਰੈਂਟ ਗੱਲ ਆ, ਨਹੀਂ ਤਾਂ ਜਦੋਂ ਉਹਨਾਂ ਨੂੰ ਜ਼ਰੂਰਤ ਹੁੰਦੀ ਆ ਕੋਈ ਮਾਰਨਾ ਤਾਂ ਮਾਰ ਦਿੰਦੇ ਆ, ਜਦੋਂ ਐਲੀਮੀਨੇਟ ਕਰਨਾ ਆਪਣੇ ਆਪ ਹੀ ਐਲੀਮੀਨੇਟ ਕਰਾ ਦਿੰਦੇ ਆ। ਇਸ ਕਰਕੇ ਜਿਹੜੀ ਮੈਂ ਗੱਲ ਕਰਨਾ ਚਾਹੁੰਦਾ, ਤੁਸੀਂ ਗੱਲ ਕੀਤੀ ਆ, ਉਹ ਇਹ ਆ ਕਿ ਇਹ ਸਟੇਟ ਇੱਧਰ ਨੂੰ ਕੋਸ਼ਿਸ਼ ਕਰ ਰਹੀ ਆ ਕਿ ਗੈਂਗਸਟਰਿਜ਼ਮ ਵਾਲਾ ਤੇ ਨਸ਼ਿਆਂ ਵਾਲਾ ਕਰਕੇ ਕਿਸੇ ਤਰੀਕੇ ਨਾਲ ਉਹ ਜਿਹੜੇ ਖਾਲਿਸਤਾਨੀ ਜਾਂ ਆਜ਼ਾਦੀ ਪ੍ਰਸਤ ਸਿੱਖ ਆ, ਇਹਨਾਂ ਦੇ ਵਿਰੁੱਧ ਉਹਨਾਂ ਨੂੰ ਖੜਾ ਕੀਤਾ ਜਾਵੇ ਤੇ ਇਹ ਬਾਈਨਰੀ ਬਣਾ ਕੇ ਇੱਕ ਦੂਜੇ ਤੇ ਅਟੈਕ ਕੀਤਾ ਜਾਵੇ। ਉਹਦੇ ਰਾਹੀਂ ਫਿਰ ਇਹ ਕੋਈ ਵੀ ਸ਼ਰਾਰਤ ਕਰ ਸਕਦਾ ਤੇ ਮੋਢਾ ਤਾਂ ਉਹਨਾਂ ਦਾ ਹੋਣਾ ਆ। ਤੇ ਉਹ ਕੋਸ਼ਿਸ਼ ਹੋ ਰਹੀ ਆ, ਸੀਰੀਅਸ ਕੋਸ਼ਿਸ਼ ਹੋ ਰਹੀ ਆ, ਸਾਨੂੰ ਪਤਾ ਲੱਗਿਆ ਆ। ਤੇ ਪਰ ਦੇਖੋ,
ਸਾਡਾ ਤਾਂ ਰਾਖਾ ਗੁਰੂ ਹੀ ਆ, ਤੇ ਅਸੀਂ ਸੰਗਤ 'ਚ ਜਾਣਾ ਆ। ਸਾਨੂੰ ਇਹੋ ਜਿਹੀ ਕੋਈ ਪਰਵਾਹ ਨਹੀਂ, ਅਸੀਂ ਸਭ ਕੁਝ ਦੇਖ ਲਵਾਂਗੇ। ਭਾਈ ਸਾਹਿਬ ਸਾਡੇ ਨਾਲ ਆ। ਭਾਈ ਸਾਹਿਬ ਆਪਣਾ ਨਾਮ ਦੱਸ ਦਿਓ ਪਹਿਲਾਂ। ਰਾਜਪਾਲ ਸਿੰਘ ਸੰਧੂ। ਰਾਜਪਾਲ ਸਿੰਘ ਜੀ, ਅੱਜ ਤੁਸੀਂ ਵਿਸ਼ੇਸ਼ ਤੌਰ ਤੇ ਪਹੁੰਚੇ ਹੋ। ਖਾੜਕੂ ਸੰਘਰਸ਼ ਦੀ ਸਾਖੀ ਨੰਬਰ 2 ਅੱਜ ਰਿਲੀਜ਼ ਹੋਈ ਆ। ਇੱਕ ਪਹਿਲੋਂ ਰਿਲੀਜ਼ ਹੋਈ ਸੀ ਤੇ ਬੜੇ ਮੈਂ ਵੀ ਪੜ੍ਹ ਕੇ ਵੇਖਿਆ ਤਾਂ ਹੀ ਪਤਾ ਲੱਗਦਾ ਕਿ ਉਹਦੇ ਵਿੱਚ ਆਮ ਲੋਕਾਂ ਦਾ ਭਾਈ ਸਾਹਿਬ ਨੇ ਜ਼ਿਕਰ ਕੀਤਾ ਸੀ। 2 ਨੰਬਰ 'ਚ ਕਹਿੰਦੇ ਕਿ ਕੁਝ ਖਾੜਕੂ ਦਾ ਜ਼ਿਕਰ ਆ, ਬਾਕੀ ਆਮ ਲੋਕਾਂ ਦੀ ਕਹਾਣੀ ਆ। ਕਿਵੇਂ ਵੇਖਦੇ ਹੋ ਜੇ ਕਿਤਾਬਾਂ ਇਹੋ ਜਿਹਾ ਇਤਿਹਾਸ ਪੜ੍ਹਿਆ ਜਾਂਦਾ ਜਦੋਂ ਨੌਜਵਾਨਾਂ ਨੂੰ ਪਤਾ ਲੱਗੂਗਾ ਇਹਦੇ ਬਾਰੇ ਕਿ ਕਿਵੇਂ ਸੀ 80 ਤੋਂ 90 ਦਾ ਦਹਾਕਾ ਖਾੜਕੂ ਸੰਘਰਸ਼ ਦੀ ਕਹਾਣੀ? ਜਿਹੜਾ ਉਹ ਸਿੱਖ ਸੰਘਰਸ਼ ਲੜਿਆ ਗਿਆ, ਹਥਿਆਰਬੰਦ ਸਿੱਖ ਸੰਘਰਸ਼ ਨਾ, ਉਹ ਸਿੱਖੀ ਦੀ ਆ ਜਿਹੜੀ ਮਤਲਬ ਕਿ ਕੋਰ ਸਪਿਰਿਟ ਚੋਂ ਲੜਿਆ ਗਿਆ ਹਨਾ। ਉਹਦੇ ਨਾ ਤਾਂ ਕੋਈ ਆਰਥਿਕ ਕਾਰਨ ਸੀਗੇ, ਨਾ ਕੋਈ ਸਮਾਜਿਕ ਕਾਰਨ ਸੀ, ਨਾ ਕੋਈ ਵੇਲੇ ਦੀਆਂ ਮੌਕੇ ਦੀਆਂ ਰਾਜਨੀਤਿਕ ਸਿਆਸੀ ਸੰਭਾਵਨਾਵਾਂ ਸੀਗੀਆਂ ਜਿਨ੍ਹਾਂ ਤਹਿਤ ਉਹ ਸੰਘਰਸ਼ ਪਣਪਿਆ ਜਾਂ ਅੱਗੇ ਵਧਿਆ। ਉਹ ਸਿੱਖੀ ਦੀ ਕੋਰ ਸਪਿਰਿਟ ਚੋਂ ਜਿਵੇਂ ਲਗਾਤਾਰ ਸਾਡੀ ਲਗਾਤਾਰਤਾ ਚੱਲ ਰਹੀ ਹੈ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ 5 ਸਦੀਆਂ ਦੀ, ਉਸ ਲਗਾਤਾਰਤਾ ਦੇ ਅਧੀਨ ਹੀ ਉਹ ਸੰਘਰਸ਼ ਲੜਿਆ ਗਿਆ ਔਰ ਬੜੀ ਸ਼ਾਨ ਨਾਲ ਲੜਿਆ ਗਿਆ। ਸਭ ਤੋਂ ਵੱਡੀ ਗੱਲ ਇਹ ਸੀ ਕਿ ਮੀਡੀਆ ਦੇ ਅੱਜ ਦੇ ਯੁੱਗ 'ਚ ਉਸ ਸੰਘਰਸ਼ ਦੀ ਜਿਹੜੀ ਪ੍ਰਤੀਨਿਧਤਾ ਕਰਦਾ ਲਿਟਰੇਚਰ ਉਹਦੀ ਕਾਫੀ ਘਾਟ ਪਾਈ ਜਾ ਰਹੀ ਸੀ ਕਿ ਜਿਹੜੀ ਸਿੱਖ ਦੇ ਐਂਗਲ ਤੋਂ ਜਿਨ੍ਹਾਂ ਨੇ ਉਹ ਸੰਘਰਸ਼ ਲੜਿਆ ਉਹਨਾਂ ਦੀਆਂ ਭਾਵਨਾਵਾਂ ਨੂੰ ਦਰਸਾਉਂਦਾ ਕੋਈ ਵੀ ਲਿਟਰੇਚਰ ਕਿਸੇ ਵੀ ਵੰਨਗੀ ਦਾ, ਚਾਹੇ ਇਤਿਹਾਸ ਦਾ ਹੋਵੇ ਚਾਹੇ ਕੋਈ ਲਿਟਰੇਚਰ ਦੀ ਹੋਰ ਵੰਨਗੀ ਹੋਵੇ, ਉਸ ਰੂਪ 'ਚ ਨਹੀਂ ਮਿਲਦਾ ਸੀ। ਉਸੇ ਕੋਸ਼ਿਸ਼ ਤਹਿਤ ਭਾਈ ਦਲਜੀਤ ਸਿੰਘ ਹੋਰਾਂ ਨੇ, ਕਿਉਂਕਿ ਇਹ ਖੁਦ ਉਸ ਸੰਘਰਸ਼ ਦਾ ਇੱਕ ਹਿੱਸਾ ਰਹੇ ਨੇ, ਲੰਮਾ ਸਮਾਂ ਔਰ ਵੱਡਾ ਹਿੱਸਾ ਰਹੇ ਨੇ, ਸੋ ਇਹਨਾਂ ਨੇ ਯਤਨ ਕੀਤਾ। ਬਹੁਤ ਬਹੁਤ ਧੰਨਵਾਦੀ ਅਸੀਂ ਉਹਨਾਂ ਦੇ ਕਿ ਉਹਨਾਂ ਨੇ ਖੁਦ ਆਪਣੇ ਹੱਥੀਂ ਇਹ ਸਾਰਾ ਕੁਝ ਲਿਖਿਆ ਤੇ ਉਸ ਨੂੰ ਸਾਰੇ ਕਾਸੇ ਨੂੰ ਜਿਸ ਦੀ ਅਸੀਂ ਘਾਟ ਮਹਿਸੂਸ ਕਰਦੇ ਸੀ ਉਸ ਐਂਗਲ ਤੋਂ, ਸਿੱਖ ਐਂਗਲ ਤੋਂ ਇਹ ਲਿਖਿਆ ਗਿਆ। ਇਹ ਸਿੱਖਾਂ ਦਾ ਸਾਹਿਤ ਦੇ ਨਾਲ ਜਿਹੜਾ ਨਾਤਾ ਬਣਿਆ ਉਹ ਸਾਖੀ ਤੋਂ ਸ਼ੁਰੂ ਹੋਇਆ। ਗੁਰੂ ਨਾਨਕ ਪਾਤਸ਼ਾਹ ਦੀਆਂ ਜਿਹੜੀਆਂ ਜੀਵਨ ਨੂੰ ਵਿਅਕਤ ਕਰਦੀਆਂ ਪਹਿਲਾ ਇਤਿਹਾਸ ਹੈ ਉਹ ਸਾਖੀਆਂ ਦੇ ਰੂਪ 'ਚ ਹੋਇਆ। ਸਿੱਖਾਂ ਦਾ ਜਿਹੜਾ ਤੇ ਸਾਹਿਤਕ ਰੂਪ ਹੈ ਨਾ ਇਤਿਹਾਸ ਨੂੰ ਬਿਆਨ ਕਰਨ ਦਾ, ਉਹ ਸਾਖੀ ਹੈ ਹਨਾ। ਆ ਜਿਹੜੇ ਮਾਡਰਨ ਟਾਈਮ ਦੇ ਰੂਪ ਨੇ ਹਿਸਟਰੀ ਨੂੰ ਬਿਆਨ ਕਰਨ ਦੇ, ਹਿਸਟੋਰੀਓਗ੍ਰਾਫੀ ਨੂੰ ਐਕਸਪਲੇਨ ਕਰਨ ਦੇ, ਉਹ ਸਾਰੇ ਦੇ ਸਾਰੇ ਸਿੱਖੀ ਦੀ ਗੱਲ ਨਹੀਂ ਕਰ ਸਕਦੇ। ਸੋ ਇਹਨਾਂ ਕਿਤਾਬਾਂ ਦਾ ਰੂਪ ਵੀ ਸਾਖੀ ਦੇ ਰੂਪ ਵਿੱਚ ਹੀ ਲਿਆ ਗਿਆ, ਚਾਹੇ ਉਹ ਸਾਖੀਆਂ ਸ਼ਹੀਦ ਸਿੰਘਾਂ ਦੀਆਂ ਹੋਣ, ਚਾਹੇ ਉਹ ਸਾਖੀਆਂ ਉਹਨਾਂ ਸੂਰਵੀਰ ਪਰਿਵਾਰਾਂ ਦੀਆਂ ਹੋਣ ਜਿਨ੍ਹਾਂ ਨੇ ਉਹਨਾਂ ਸਿੰਘਾਂ ਨੂੰ ਆਪਣੇ ਘਰਾਂ ਦੇ ਵਿੱਚ ਪਨਾਹ ਦਿੱਤੀ ਔਰ ਉਹਨਾਂ ਦੀ ਹੋਰ ਵੀ ਹਰ ਤਰ੍ਹਾਂ ਨਾਲ ਮਦਦ ਕੀਤੀ, ਚਾਹੇ ਪੈਸੇ ਦੇ ਰੂਪ 'ਚ, ਹਥਿਆਰ ਦੇ ਰੂਪ 'ਚ, ਚਾਹੇ ਇਸ ਦੇ ਬਦਲੇ ਦੇ ਵਿੱਚ ਉਹਨਾਂ ਨੇ ਤਸ਼ੱਦਦ ਵੀ ਝੱਲੇ, ਸਮੇਂ ਦੀ ਸਟੇਟ ਦੇ ਬਹੁਤ ਕੁਝ ਖਮਿਆਜ਼ਾ ਭੁਗਤਿਆ। ਪਰ ਉਸ ਦੇ ਬਾਵਜੂਦ ਖੂਬਸੂਰਤੀ ਇਹ ਹੈ ਕਿ ਮੈਨੂੰ ਵੀ ਜਾਤੀ ਤੌਰ 'ਤੇ ਲੰਮੇ ਸਮੇਂ 'ਚ 25-30 ਸਾਲ 'ਚ ਉਹਨਾਂ ਪਰਿਵਾਰਾਂ ਨੂੰ ਮਿਲਣ ਦਾ ਮੌਕਾ ਮਿਲਿਆ, ਪਰ ਉਹਨਾਂ ਨੇ ਕਦੇ ਵੀ ਐਂ ਨਹੀਂ ਕਿਹਾ ਕਿ ਅਸੀਂ ਲੁੱਟੇ ਗਏ, ਅਸੀਂ ਪੱਟੇ ਗਏ ਹੈ ਨਾ। ਇਹ ਸ਼ਬਦ ਜਿਵੇਂ ਅੱਜ ਕੱਲ੍ਹ ਨਾ ਪਿਛਲੇ ਕੁਝ ਟਾਈਮ ਤੋਂ ਸੋਸ਼ਲ ਮੀਡੀਆ 'ਤੇ ਕੁਝ ਵਿਅਕਤੀ ਇਹ ਕਹਿੰਦੇ ਸੁਣੇ ਜਾਂਦੇ ਆ ਜਿਹੜੇ ਕਿ ਓਪਰੇ ਰੂਪ 'ਚ ਸੰਘਰਸ਼ ਨਾਲ ਜੁੜੇ ਹੋਣਗੇ, ਉਹ ਇਹ ਹਾਹਾਕਾਰ ਚੀਕ ਚਿਹਾੜਾ ਪਾਉਂਦੇ ਨਜ਼ਰ ਆਉਣਗੇ ਕਿ ਵੀ ਸਾਡੇ ਨਾਲ ਆਹ ਧੱਕਾ ਹੋ ਗਿਆ, ਆਹ ਧੱਕਾ ਹੋ ਗਿਆ। ਉਹਨਾਂ ਪਰਿਵਾਰਾਂ ਨੇ ਕਦੇ ਨਹੀਂ ਕਿਹਾ। ਮੈਂ ਜਾਤੀ ਤੌਰ 'ਤੇ ਵੀ ਜਾਂਦਾ ਰਿਹਾ ਉਹਨਾਂ ਪਰਿਵਾਰਾਂ 'ਚ, ਕਦੇ ਵੀ ਉਹਨਾਂ ਨੇ ਨਹੀਂ ਕਿਹਾ, ਹਮੇਸ਼ਾ ਚੜ੍ਹਦੀ ਕਲਾ ਦੀ ਗੱਲ ਕੀਤੀ ਹੈ। ਕਹਿੰਦੇ ਅੱਜ ਵੀ ਜੇ ਕਰਤਾ ਤਾਂ ਗੁਰੂ ਨੇ ਕਰਤਾ, ਜੇ ਰੱਖ ਲਿਆ ਗੁਰੂ ਨੇ ਰੱਖ ਲਿਆ, ਉਹਦੇ ਭਾਣੇ 'ਚ ਆ ਸਾਰਾ ਕੁਛ। ਸਤਨਾਮ ਸਿੰਘ ਜੁੜ ਚੁੱਕੇ। ਸਤਨਾਮ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੀ ਉਹ ਇਤਿਹਾਸਕ ਸਾਖੀ ਦੇ ਨਾਲ ਜੁੜ ਚੁੱਕੇ ਹੋ। ਅੱਜ ਜਿਹੜੀ ਖਾੜਕੂ ਸੰਘਰਸ਼ ਦੀ ਸਾਖੀ ਨੰਬਰ 2 ਦੇ ਰੂਪ ਦੇ ਵਿੱਚ ਪੇਸ਼ ਕੀਤੀ ਜਾ ਰਹੀ ਹੈ, ਕਿਵੇਂ ਵੇਖਦੇ? ਜਿਹੜੀ ਸਾਖੀ ਨੰਬਰ 1 ਜਿਹੜੀ ਪਹਿਲੋਂ ਸੀ ਉਹਦੇ ਵਿੱਚ ਵੀ ਸ਼ਾਮਲ ਸੀ ਤੇ ਉਹਦੇ ਵਿੱਚ ਅਣਗੌਲੇ ਜਿਹੜੇ ਕਰੈਕਟਰ ਸੀ ਉਹਨਾਂ ਨੂੰ ਕਿਸੇ ਲੋਕਾਂ ਨੂੰ ਪਤਾ ਨਹੀਂ ਸੀ, ਜਿਹੜੀਆਂ ਭਾਈ ਸਾਹਿਬ ਨੇ ਸਾਹਮਣੇ ਲੈਂਦਾ। ਜਿਹੜੇ ਪਹਿਲੇ ਸੰਘਰਸ਼ ਚੱਲਦੇ ਰਹੇ ਉਹਨਾਂ ਵਿੱਚ ਵੀ ਇਤਿਹਾਸ ਲਿਖਣ ਵਾਲੇ ਬਹੁਤ ਸਨ, ਪਰ ਜ਼ਿਆਦਾਤਰ ਇਤਿਹਾਸ ਨੂੰ ਤਰੋੜ ਮਰੋੜ ਕੇ ਲਿਖਣ ਵਾਲੇ ਜ਼ਿਆਦਾ ਸਨ। ਤੇ ਆ ਮੌਜੂਦਾ ਸੰਘਰਸ਼ ਵਿੱਚ ਵੀ ਜ਼ਿਆਦਾਤਰ ਜਿਹੜਾ ਕੰਮ ਹੈ ਉਹ ਹੁਣ ਦੋਨਾਂ ਨੇ ਵੀਰਾਂ ਨੇ ਦੱਸ ਦਿੱਤਾ ਸਾਰਾ ਕੁਝ। ਆਪਾਂ ਇਹੀ ਕਹਾਂਗੇ ਵੀ ਇਹ ਇੱਕ ਚੰਗੀ ਸ਼ੁਰੂਆਤ ਹੈ ਵੀ ਸਾਡੇ ਸੰਘਰਸ਼ ਦਾ ਇਤਿਹਾਸ ਜਿਹੜਾ ਸਾਡੀ ਕੌਮ ਦੇ ਸਾਹਮਣੇ ਆਉਣਾ ਚਾਹੀਦਾ ਹੈ। ਇਹ ਦੂਸਰੀ ਕਿਤਾਬ ਹੈ, ਫਿਰ ਤੀਸਰੀ ਵੀ ਆਏਗੀ, ਚੌਥੀ ਵੀ ਆਏਗੀ। ਧੰਨਵਾਦ ਜੀ।
ਇਤਿਹਾਸਕਾਰ ਵੀ ਕਹਿ ਸਕਦੇ ਆ ਤੇ ਸਰਬਜੀਤ ਘੁਮਾਣ ਨੂੰ ਅਕਸਰ ਹੀ ਤੁਸੀਂ ਸੋਸ਼ਲ ਮੀਡੀਆ ਤੇ ਵੇਖਦੇ ਰਹਿੰਦੇ ਹੋ। ਅੱਜ ਇਸ ਪ੍ਰੋਗਰਾਮ ਦਾ ਹਿੱਸਾ ਵੀ ਬਣੇ ਆ ਤੇ ਕਿਤਾਬ ਉਹਨਾਂ ਦੇ ਹੱਥ ਵਿੱਚ ਵੀ ਆ, ਕਿਉਂਕਿ ਕਈ ਤੇ ਸ਼ਾਇਦ ਸੋਸ਼ਲ ਮੀਡੀਆ ਤੇ ਲਿਖਣ ਲੱਗਿਆ ਵੀ ਡਰਦੇ ਆ ਤੇ ਪਰ ਬੇਬਾਕ ਕਲਮ ਆ ਘੁਮਾਣ ਸਾਹਿਬ ਜੋ ਤੁਸੀਂ ਲਿਖਦੇ ਹੋ। ਤੇ ਵੈਸੇ ਫੋਨ ਫਾਨ ਦੇ ਤੁਹਾਨੂੰ ਸਾਡੇ ਆਉਂਦੇ ਰਹਿੰਦੇ ਹੋਣੇ ਆ, ਸ਼ਾਇਦ ਡਰ ਤੋਂ ਮੁਕਤ ਹੋ ਕੇ ਤੁਸੀਂ ਲਿਖਦੇ ਹੋ। ਇਸ ਕਿਤਾਬ ਨੂੰ ਪੜ੍ਹੋਗੇ, ਸ਼ਾਇਦ ਪਹਿਲੀ ਤੁਸੀਂ ਪੜ੍ਹੀ ਹੋਊਗੀ, ਕਿਵੇਂ ਵੇਖਦੇ ਨਾ ਸਾਰਾ ਕੁਝ? ਮੈਂ ਇਹ ਕਿਤਾਬ ਦੇ ਬਾਰੇ ਇੱਕ ਜ਼ਿਆਦਾ ਜ਼ਰੂਰੀ ਗੱਲ ਕਰਨ ਵਾਲੀ ਇਹ ਆ ਵੀ ਬਹੁਤ ਸਾਰੀਆਂ ਕਿਤਾਬਾਂ ਇਸ ਵੇਲੇ ਸਿੱਖ ਸੰਘਰਸ਼ ਨਾਲ ਸੰਬੰਧਿਤ ਆ ਰਹੀਆਂ ਨੇ, ਪਰ ਸੰਘਰਸ਼ ਦੇ ਵਿੱਚ ਨਾਇਕਾਂ ਦੀ ਕਤਾਰ ਦੇ ਵਿੱਚ ਰਹੇ ਹੋਏ ਸਾਡੇ ਜਰਨੈਲਾਂ ਦੇ ਵਿੱਚ ਗਿਣੇ ਜਾਂਦੇ ਭਾਈ ਦਲਜੀਤ ਸਿੰਘ ਦੇ ਵੱਲੋਂ ਆਪਣੇ ਤੌਰ ਤੇ ਲਿਖੀ ਗਈ ਇਹ ਕਿਤਾਬ ਆ ਜਿਹੜੀ, ਇਹਦੀ ਇਸ ਕਰਕੇ ਅਹਿਮੀਅਤ ਜ਼ਿਆਦਾ ਕਿ ਜਿਨ੍ਹਾਂ ਨੇ ਖੁਦ ਜੰਗ ਨੂੰ ਲੜਿਆ, ਵਿੱਚ ਸਿੱਧੇ ਤੌਰ ਤੇ ਹਿੱਸਾ ਲਿਆ, ਜਿਹੜੇ ਘਟਨਾਵਾਂ ਇੱਕ ਤਾਂ ਸੁਣੀਆਂ ਹੋਈਆਂ ਹੁੰਦੀਆਂ ਨੇ, ਇੱਕ ਜਿਨ੍ਹਾਂ ਨਾਲ ਵਾਪਰੀਆਂ ਨੇ ਜਾਂ ਜਿਨ੍ਹਾਂ ਵਿਅਕਤੀਆਂ ਬਾਰੇ ਲਿਖਣਾ ਹੁੰਦਾ ਉਹਨਾਂ ਨਾਲ ਸਿੱਧੇ ਮਿਲੇ ਹੁੰਦੇ। ਇਸ ਕਰਕੇ ਇਸ ਕਿਤਾਬ ਦੀ ਅਹਿਮੀਅਤ ਜ਼ਿਆਦਾ। ਦੂਜੀ ਮੈਂ ਇੱਕ ਹੋਰ ਨਿੱਕੀ ਜਿਹੀ ਗੱਲ ਦੱਸਣੀ ਚਾਹੁੰਦਾ ਵੀ ਬਹੁਤ ਚਿਰ ਪਹਿਲਾਂ ਸਰਦਾਰ ਜਸਵੰਤ ਸਿੰਘ ਕੰਵਲ ਜਿਹੜੇ ਬਹੁਤ ਵੱਡੇ ਪੰਜਾਬ ਦੀ ਕਲਮਕਾਰ ਨੇ, ਹੁਣ ਤਾਂ ਚੜ੍ਹਾਈ ਕਰ ਗਏ, ਉਹਨਾਂ ਨਾਲ ਮੇਰੀ ਕਿਸੇ ਵਿਆਹ ਦੇ ਮੌਕੇ ਤਕਰਾਰ ਹੋ ਗਈ ਕਿ ਤੁਸੀਂ ਸਾਰੀ ਉਮਰ ਐਂ ਲਿਖਿਆ ਉਹ ਲਿਖਿਆ, ਕਾਫੀ ਜ਼ਿਆਦਾ ਅਸੀਂ ਤਲਖ ਹੋ ਗਏ। ਤੇ ਅਖੀਰ ਮੈਂ ਉਹਨਾਂ ਨੂੰ ਕਹਿੰਦਾ ਸੀ ਤੁਹਾਡੇ ਅੰਦਰੋਂ ਕਦੇ ਕਾਮਰੇਡੀ ਖਿਆਲ ਜਾਂਦਾ ਹੀ ਨਹੀਂ, ਤੁਸੀਂ ਸਾਡੇ ਬਾਰੇ ਬਹੁਤ ਕੁਝ ਲਿਖਿਆ, ਤੁਸੀਂ ਨਕਸਲੇਟ ਮੂਵਮੈਂਟ ਬਾਰੇ ਬੜੀਆਂ ਕਿਤਾਬਾਂ ਲਿਖੀਆਂ, ਪਰ ਉਹ ਸੰਘਰਸ਼ 1.5-2 ਸਾਲ ਦਾ ਹੋਣਾ ਤੇ ਸਾਡਾ ਜਿਹੜਾ ਸੀ ਹੁਣ ਤੱਕ ਚੱਲ ਰਿਹਾ 1978 ਤੋਂ ਤੁਸੀਂ ਬਹੁਤ ਘੱਟ ਲਿਖਿਆ। ਜੇ ਖੂਨ ਕੇ ਸੋਲੇ ਗਾਵੀਆ ਨਾਨਕ ਲਿਖਿਆ ਨਾਵਲ, ਉਹ ਤੁਸੀਂ ਉੱਥੇ ਐਂਡ ਕੀਤਾ ਜਿੱਥੇ ਸਾਡੀ ਬਦਨਾਮੀ ਹੁੰਦੀ ਹੈ, ਬਲੈਕ ਥੰਡਰ 'ਚ। ਤਾਂ ਉਹ ਕਾਫੀ ਜ਼ਿਆਦਾ ਤਲਖੀ ਜਦੋਂ ਹੋ ਰਹੀ ਸੀ, ਉਹਨਾਂ ਨੇ ਕਿਹਾ ਵੀ ਮੈਂ ਜਿੰਨਾ ਮਰਜ਼ੀ ਲਿਖ ਲਵਾਂ, ਤੁਹਾਡੇ ਸਾਰਿਆਂ ਦੇ ਦਿਲ ਦਿਮਾਗ 'ਚ ਜਿਹੜੀ ਇਹ ਗੱਲ ਬੜੀ ਹੋਈ ਆ ਨਾ, ਜਿੰਨਾ ਟਾਈਮ ਤੁਹਾਡੇ ਵਿੱਚੋਂ ਜਿਹੜਾ ਸੰਘਰਸ਼ ਦਾ ਹਿੱਸਾ ਰਿਹਾ ਬੰਦਾ ਉਹ ਨਹੀਂ ਲਿਖੂਗਾ, ਤੁਸੀਂ ਨੁਕਸ ਕੱਢੀ ਜਾਓਗੇ। ਮੈਂ ਤਾਂ ਕੀ, ਜੇ ਕੋਈ ਹੋਰ ਬੰਦਾ ਵੀ ਲਿਖੇ ਤੁਸੀਂ ਨੁਕਸ ਕੱਢੀ ਜਾਓਗੇ, ਪਰ ਜਿਹੜਾ ਤੁਹਾਡਾ ਆਪ ਦਾ ਬੰਦਾ, ਜੇ ਉਹਦੇ 'ਚ ਕੋਈ ਗੜਬੜ ਹੋ ਵੀ ਗਈ ਨਾ ਕਿਸੇ ਗੱਲ ਦੀ, ਕੋਈ ਤੱਥ ਇੱਧਰ ਉੱਧਰ ਹੋ ਵੀ ਜਾਵੇ, ਤੁਸੀਂ ਉਹਨੂੰ ਗ੍ਰੇਸ ਮਾਰਕ ਦੇ ਦੇਣੇ ਆ ਵੀ ਕੋਈ ਗੱਲ ਨਹੀਂ, ਇਹਨੇ ਜਾਣ ਕੇ ਨਹੀਂ ਲਿਖਿਆ ਹੋਣਾ, ਇਹਨੂੰ ਨਹੀਂ ਪਤਾ ਹੋਣਾ ਗੱਲ ਦਾ। ਤੋ ਉਵੇਂ ਬਹੁਤ ਚਿਰ ਤੋਂ ਸਾਨੂੰ ਉਡੀਕ ਸੀਗੀ। ਤੇ ਜਦੋਂ ਮੈਂ ਪੰਜਾਬ ਦਾ ਬੁੱਚੜ ਕਿਤਾਬ ਲਿਖੀ, ਮੈਂ ਭਾਜੀ ਕੋਲੇ ਗਿਆ, ਕਮਲ ਸਾਹਿਬ ਕੋਲੇ, ਉਹਨਾਂ ਨੇ ਉਦੋਂ ਇਹ ਗੱਲ ਆਖੀ ਬਈ ਸ਼ੁਕਰ ਆ ਤੁਸੀਂ ਆਪ ਲਿਖਣ ਲੱਗੇ ਹੋ। ਤੇ ਮੈਂ ਉਦੋਂ ਸੋਚਦਾ ਹੁੰਦਾ ਸੀ ਵੀ ਕੀ ਸਾਡੇ ਜਿਹੜੇ ਖਾੜਕੂ ਜਰਨੈਲਾਂ 'ਚੋਂ ਵੀ ਕੋਈ ਇਸ ਤਰ੍ਹਾਂ ਦਾ ਉਪਰਾਲਾ ਕਰੂਗਾ। ਤੇ ਭਾਵੇਂ ਭਾਈ ਗਜਿੰਦਰ ਸਿੰਘ ਵੀ ਲਿਖਦੇ ਆ, ਪਰ ਜਿਸ ਤਰੀਕੇ ਨਾਲ ਭਾਈ ਦਲਜੀਤ ਸਿੰਘ ਨੇ ਇਸ ਕੰਮ ਨੂੰ ਕੀਤਾ, ਇਹਦੀ ਬਹੁਤ ਭਾਰੀ ਲੋੜ ਸੀ। ਇਹਦੀ ਇਤਿਹਾਸਕ ਜਿਹੜੀ ਮਹੱਤਤਾ ਉਹ ਸਮਝਣ ਦੀ ਲੋੜ ਆ ਵੀ ਜਿਵੇਂ ਆਪਾਂ ਫੀਡਲ ਕਾਸਟਰੋ ਦਾ ਪੜ੍ਹਦੇ ਆ ਨਾ, ਇਤਿਹਾਸ ਮੈਨੂੰ ਸਹੀ ਸਾਬਤ ਕਰੂਗਾ, ਉਵੇਂ ਕਿਸੇ ਵੇਲੇ ਭਾਈ ਦਲਜੀਤ ਸਿੰਘ ਦਾ ਜਦੋਂ ਆਇਆ ਸੀਗਾ ਵੀ ਭਵਿੱਖ ਫਿਰ ਵੀ ਸਾਡਾ ਹੈ, ਉਸੇ ਲਾਈਨ ਦੇ ਵਿੱਚ ਇਹ ਲਿਖਤ, ਇਹ ਕਿਤਾਬ ਜਿਹੜੀ ਹੈਗੀ ਆ ਪੰਥ ਦੀ ਕਚਹਿਰੀ 'ਚ ਹਾਜ਼ਰ ਹੋਈ ਆ। ਸੋ ਆਪਾਂ ਸਾਰੇ ਇਹਨੂੰ ਐਵੇਂ ਨਾ ਪੜ੍ਹੀਏ ਵੀ ਇੱਕ ਕਿਤਾਬ ਹੀ ਆ ਜਿਵੇਂ ਕਿਤਾਬਾਂ 'ਚ ਕਿਤਾਬ ਹੁੰਦੀ ਹੈ। ਇਹ ਇਤਿਹਾਸਕ ਸਰੋਤ ਆ, ਇਹਨੇ ਆਉਣ ਵਾਲੀਆਂ ਸਦੀਆਂ 'ਚ, ਆਉਣ ਵਾਲੇ ਸਮਿਆਂ 'ਚ ਇਸ ਮੁਹਿੰਮ ਦੇ, ਇਸ ਲਹਿਰ ਦੇ, ਇਸ ਸੰਘਰਸ਼ ਦੇ ਬਾਰੇ ਸੱਚ ਦੱਸਣ ਦੀ ਜ਼ਰੂਰਤ ਜਿਹੜੀ ਆ ਉਹ ਇਸੇ ਕਿਤਾਬ ਰਾਹੀਂ ਹੋਈ ਆਉਣੀ ਆ। ਸੋ ਇਹੀ ਮੇਰਾ ਕਹਿਣਾ ਹੈ। ਭਾਈ ਸਾਹਿਬ 2 ਲਫ਼ਜ਼। ਰਾਜਵਿੰਦਰ ਸਿੰਘ ਰਾਜੂ। ਰਾਜਵਿੰਦਰ ਸਿੰਘ ਜੀ, ਕਿਤਾਬ ਤੁਹਾਡੇ ਵੀ ਹੱਥ ਵਿੱਚ, ਸਾਧਨ ਸਬੱਬ ਸਿਦਕ ਅਤੇ ਸ਼ਹਾਦਤ। ਵੀਰ ਜੀ, ਪਹਿਲੀ ਗੱਲ ਤਾਂ ਇਹ ਕਹਾਂਗਾ ਭਾਈ ਸਾਹਿਬ ਜਿਹੜਾ ਇਹ ਉਪਰਾਲਾ ਕੀਤਾ ਵਾ, ਇਤਿਹਾਸਕਾਰ ਬਹੁਤ ਕੁਝ ਲਿਖਦੇ ਆ ਵੀ ਅਸੀਂ ਇਹ ਕੀਤਾ, ਅਸੀਂ ਇਹ ਖਾੜਕੂ ਨੂੰ ਮਿਲੇ, ਉਹਨਾਂ ਨੂੰ ਮਿਲੇ, ਇਹ ਸਾਰਾ ਕੁਝ ਇਹਨਾਂ ਨੇ ਆਪ ਵਿੱਚ ਰਹਿ ਕੇ ਸਭ ਕੁਝ ਸੰਗਤਾਂ ਦੀ ਕਚਹਿਰੀ 'ਚ ਰੱਖਿਆ ਵਾ ਵੀ ਜੋ ਕੁਝ ਹੋਇਆ ਵਾ। ਇਹ ਤੋਂ ਬਹੁਤ ਪ੍ਰੇਰਨਾ ਮਿਲਦੀ ਆ। ਮੇਰੀ ਬੇਟੀ ਪੜ੍ਹਦੀ, ਜਦੋਂ ਪੜ੍ਹਦੀ ਇਹਦੇ ਨਾਲ ਰੋਂਡਾ ਪੈਂਦੀ ਆ ਵੀ ਇੰਨਾ ਕੁਛ, ਇੰਨਾ ਸਿਦਕ ਹੀ ਸਿੱਖਾਂ ਦੇ ਵਿੱਚ, ਵੀ ਇੰਨਾ ਸਿਦਕ ਹੀ ਵਿੱਚ ਸਿੱਖਾਂ ਦੇ ਵਿੱਚ, ਤੇ ਅਸੀਂ ਕਿੱਥੇ ਆ। ਮੈਂ ਬਹੁਤ ਬਹੁਤ ਧੰਨਵਾਦ ਕਰਦਾ ਭਾਈ ਸਾਹਿਬ ਦਾ ਵੀ ਅੱਗੋਂ ਵੀ ਆਈ ਆ ਬੁੱਕਸ ਇਹ ਵੀ ਪੜ੍ਹਨ ਦੀ। ਧੰਨਵਾਦ ਜੀ। ਮੰਝਪੁਰ ਸਾਹਿਬ ਵੀ ਸਾਡੇ ਨਾਲ ਆ, ਮੰਝਪੁਰ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ। ਮੰਝਪੁਰ ਸਾਹਿਬ, ਫਤਿਹ ਸਾਂਝ ਕਰਦੇ ਹਾਂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦਾ ਹਿੱਸਾ ਬਣੇ ਹੋ ਤੁਸੀਂ ਵੀ ਇਸ ਦਾ, ਤੇ ਜਿਵੇਂ ਘੁਮਾਣ ਸਾਹਿਬ ਨੇ ਦੱਸਿਆ ਕਿ ਇਹ ਇਤਿਹਾਸ ਉਹ ਵਾ ਜਿਹੜਾ ਸਦੀਆਂ ਤੱਕ ਰਹਿਣਾ ਵੀ ਆ, ਤੇ ਉਹ ਇਤਿਹਾਸ ਜਿਹੜਾ ਕਿ ਲਾਗੂ ਹੋ ਕੇ ਵੇਖਿਆ ਤੇ ਆਪਣੀ ਕਲਮਬੱਧ, ਆਪਣੀ ਕਲਮ ਦੇ ਨਾਲ ਲਿਖਿਆ, ਜੋ ਸਾਹਮਣੇ ਵੇਖਿਆ ਭਾਈ ਦਲਜੀਤ ਸਿੰਘ ਬਿੱਟੂ। ਹਾਂਜੀ ਹਾਂਜੀ, ਬਿਲਕੁਲ। ਦੇਖੋ, ਇਹ ਸਾਖੀ ਆ, ਜਿਵੇਂ ਸਾਡੀ ਇਤਿਹਾਸ ਦੀ ਸਾਖੀਆਂ ਪਹਿਲਾਂ ਰਹੀਆਂ ਆ। ਗੁਰੂ ਨਾਨਕ ਪਾਤਸ਼ਾਹ ਪੁਰਾਤਨ ਜਨਮ ਸਾਖੀ ਆ, ਜਾਂ 18ਵੀਂ ਸਦੀ ਦਾ ਪੰਥ ਪ੍ਰਕਾਸ਼ ਦੇ ਵਿੱਚ ਇਤਿਹਾਸ ਆ, ਉਦੋਂ ਕਿੱਦਾਂ ਯੋਧਿਆਂ ਨੇ, ਸਿੰਘਾਂ ਨੇ ਹਮਲੇ ਸਮਿਆਂ ਦੇ ਵਿੱਚ ਤਸ਼ੱਦਦ ਸਹਿਆ ਸਰਕਾਰਾਂ ਦੇ ਖਿਲਾਫ, ਫਿਰ ਵੀ ਉਹਨਾਂ ਨੇ ਜੰਗ ਯੁੱਧ ਸਿਦਕ ਸਬਰ ਦਿਲਤਾ ਰੱਖਦੇ ਹੋਏ ਲੜੀ। ਸੋ ਇਸੇ ਤਰ੍ਹਾਂ ਹੀ ਇਹ ਹੈਗੀ ਆ, ਪ੍ਰੂਫ ਰੀਡਿੰਗ ਦੇ ਦੌਰਾਨ ਮੈਂ ਪੜ੍ਹੀ ਇਹ ਸਾਰੀ ਕਿਤਾਬ ਜਿਹੜੀ ਹੈਗੀ ਆ। ਸੋ ਇਹਦੇ 'ਚ ਬਹੁਤ ਹੀ ਵਧੀਆ ਤੌਰ ਦੇ ਉੱਤੇ ਬਹੁਤ ਮੇਨ ਸਿੰਘਾਂ ਦਾ, ਜਿਨ੍ਹਾਂ ਬਾਰੇ ਥੋੜ੍ਹਾ ਨਾਮ ਵੀ ਹੈਗਾ, ਕਈਆਂ ਨੂੰ ਘੱਟ ਪਤਾ ਉਹਨਾਂ ਬਾਰੇ ਵੀ ਪਹਿਲੀ ਕਿਤਾਬ ਸੀਗੀ।
ਸੋ ਦੂਸਰੀ ਇਹ ਜਿਹੜੀ ਕਿਤਾਬ ਹੈਗੀ ਹੈ ਭਾਈ ਸਾਹਿਬ ਨੇ ਵੀ ਜਿੱਥੇ ਜਿੱਥੇ ਗਏ, ਇਹ ਪਾਕਿਸਤਾਨ ਗਏ, ਰਣ ਕੱਛ ਦੇ ਏਰੀਆ 'ਚ ਗੁਜਰਾਤ 'ਚ ਕਿਵੇਂ ਉੱਥੋਂ ਪਾਕਿਸਤਾਨ ਤੋਂ ਹਥਿਆਰਾਂ ਦੇ ਭਰੇ ਊਠ ਜਿਹੜੇ ਲੈ ਕੇ ਆਏ, ਫਿਰ ਨਾਲ ਇੱਕ ਹੋਰ ਸਿੰਘ ਸੀ, ਨਾਲ 2 ਪਾਂਡੀ ਸੀਗੇ। ਸੋ ਉਹ ਸਾਰਾ ਯਾਨੀ ਕਿ 2-3 ਦਿਨਾਂ ਦਾ ਜਿਹੜਾ ਉੱਥੋਂ ਦਾ ਲਾਂਘਾ, ਕਿਵੇਂ ਦਾ ਜੀਵਨ ਸੀ ਉੱਥੇ। ਤੇ ਸੋ ਬਾਕੀ ਸਿੰਘਾਂ ਬਾਰੇ ਜਾਂ ਨਾਲ ਦੀ ਨਾਲ ਜਿਹੜੇ ਕਈ ਅਟੈਂਪਟਸ ਲਈਆਂ ਬਹੁਤ ਵੱਡੇ ਦੋਖੀਆਂ ਨੂੰ ਸੋਧਣ ਵਾਸਤੇ, ਉਹਨਾਂ ਦੋਖੀਆਂ ਤੇ ਕਿਵੇਂ ਉਹ ਅਸਫਲ ਰਹੀਆਂ, ਤੇ ਕਿਵੇਂ ਕਈ ਥਾਵਾਂ ਦੇ ਉੱਤੇ ਦੋਖੀਆਂ ਨੂੰ ਆਪ ਯੋਧਿਆਂ ਨੇ ਛੱਡਿਆ ਵੀ ਉਹਨਾਂ ਦੇ ਹੱਥਾਂ ਦੇ ਵਿੱਚ ਗੁਟਕਾ ਸਾਹਿਬ ਸੀ ਜਾਂ ਗੁਰੂ ਘਰ ਦੇ ਵਿੱਚ ਸੀਗੇ। ਸੋ ਬਹੁਤ ਸਾਰੀਆਂ ਯਾਨੀ ਕਿ ਇਹੋ ਜਿਹੀਆਂ ਪ੍ਰੇਰਨਾ ਜਿਹਦੇ ਤੋਂ ਇਹ ਪਤਾ ਲੱਗਦਾ ਵੀ ਜਿਹੜੇ ਸਾਡੇ ਯੋਧੇ ਸੀ ਉਹ ਸਿਧਾਂਤ ਦੇ ਵਿੱਚ ਕਿਵੇਂ ਪਰਪੱਕ ਸੀ। ਜਿਵੇਂ ਅਸੀਂ ਕਹਿੰਦੇ ਹਾਂ ਵੀ 18ਵੀਂ ਸਦੀ 'ਚ ਬਾਹਮਣ ਦੀ ਧੀ ਨੂੰ ਛਡਾਉਣ ਵਾਸਤੇ ਤੇ ਕਿੰਨੇ ਸਿੰਘ ਸ਼ਹੀਦ ਹੋਏ, ਉਸੇ ਤਰ੍ਹਾਂ ਜਿਹੜੇ ਇਹ ਸਿੰਘ ਸ਼ਹੀਦ ਯੋਧੇ ਸੀਗੇ ਇਹ ਵੀ ਸਿਧਾਂਤਕ ਪੱਖ ਦੇ ਉੱਤੋਂ ਨਾਮ ਬਾਣੀ ਦੇ ਕਿੰਨੇ ਰਸੀਏ ਸੀਗੇ। ਜਦੋਂ ਉਹਨਾਂ ਨੂੰ ਮੌਕਾ ਮਿਲਦਾ ਹੁੰਦਾ ਸੀਗਾ ਤੇ ਉਹ ਕਿਵੇਂ ਨਾਮ ਬਾਣੀ ਦਾ ਅਭਿਆਸ ਕਰਦੇ ਹੁੰਦੇ ਸੀ। ਲੰਮਾ ਚੰਮਾ ਸਮਾਂ ਉਹਨਾਂ ਨੇ ਨਿਤਨੇਮ ਕਰਨਾ ਤੇ ਸਿਮਰਨ ਦੇ ਨਾਲ ਜੁੜਨਾ। ਸੋ ਸਾਰੀਆਂ ਗੱਲਾਂ ਇਹਦੇ ਵਿੱਚੋਂ ਮਿਲਦੀਆਂ। ਸੋ ਇਹ ਸਾਡਾ ਇਤਿਹਾਸ ਆ, ਸਹੀ ਇਤਿਹਾਸ। ਜਿਵੇਂ ਅਸੀਂ 18ਵੀਂ ਸਦੀ ਦੇ ਇਤਿਹਾਸ ਦੇ ਵਿੱਚੋਂ ਪ੍ਰੇਰਨਾ ਲੈਂਦੇ ਹਾਂ ਵੱਖ-ਵੱਖ ਯੋਧਿਆਂ, ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ ਬਾਰੇ, ਉਸੇ ਤਰ੍ਹਾਂ ਇਹ ਜਿਹੜਾ ਇਤਿਹਾਸ ਹੈਗਾ ਭਾਈ ਗੁਰਦੇਵ ਸਿੰਘ, ਭਾਈ ਮਨਵੀਰ ਸਿੰਘ ਉਹਨਾਂ ਦੇ, ਉਹੋ ਹੀ ਰੂਹਾਂ ਸੀਗੀਆਂ ਜਿਹੜੀਆਂ 18ਵੀਂ ਸਦੀ ਨਾਲ, ਜਿਨ੍ਹਾਂ ਨੇ ਲੋਕੀ ਕਹਿੰਦੇ ਸੀ ਵੀ ਇਹ ਹੁਣ ਨਹੀਂ ਹੋ ਸਕਦਾ, ਤੇ 18ਵੀਂ ਸਦੀ 'ਚ ਉਹ ਤਾਂ ਸਮਾਂ ਹੀ ਹੋਰ ਸੀ। ਪਰ 20ਵੀਂ ਸਦੀ ਦੇ ਵਿੱਚ ਵੀ ਉਹਨਾਂ ਯੋਧਿਆਂ ਨੇ ਉਹ ਸਾਕਾਲ 18ਵੀਂ ਸਦੀ ਦਾ ਇਤਿਹਾਸ ਉਹਦੇ ਤੋਂ ਵੀ ਵੱਧ ਕੇ 4 ਕਦਮ ਉਹਨਾਂ ਨੇ ਆਪਣੀ ਭਾਈ ਅਨੋਖ ਸਿੰਘ ਬੱਬਰ ਵਰਗਿਆਂ ਨੇ ਕਿਸ ਤਰ੍ਹਾਂ, ਭਾਈ ਮਨਵੀਰ ਸਿੰਘ ਹੋਣਾ ਨੇ ਕਿਸ ਤਰ੍ਹਾਂ ਤਸੱਦਦ ਸਹਿਆ। ਸੋ ਇਹ ਸਾਨੂੰ ਪ੍ਰੇਰਨਾ ਦਿੰਦੀਆਂ ਰਹਿਣਗੀਆਂ ਤੇ ਸੰਘਰਸ਼ ਦੀ ਯਾਦ ਤੇ ਕਿਵੇਂ ਲੜਨਾ ਅੱਗੇ, ਸਾਨੂੰ ਉਹਦੇ ਬਾਰੇ ਸਾਨੂੰ ਚੇਤਾ ਦਿਵਾਉਂਦੀਆਂ ਰਹਿਣਗੀਆਂ। ਇਸੇ ਗੱਲ ਦੀ ਇਹ ਜਿਹੜੀ ਸਾਖੀ ਹੈਗੀ ਆ, ਸੋ ਸਾਨੂੰ ਇਹ ਪੜ੍ਹਨੀ ਵੀ ਚਾਹੀਦੀ ਆ, ਵਿਚਾਰਨੀ ਵੀ ਚਾਹੀਦੀ ਆ। ਜਿਹੜਾ ਸਾਨੂੰ ਸਾਡੇ ਭੂਤ ਦੇ ਨਾਲ ਵਰਤਮਾਨ ਦੇ ਵਿੱਚ ਤੇ ਭਵਿੱਖ ਦੇ ਰਾਹ ਦਰਸਾਉਣ ਦੇ ਵਾਸਤੇ ਲਾਜ਼ਮੀ ਆ। ਹਰੇਕ ਸਿੱਖ ਨੌਜਵਾਨ ਜਿਹੜਾ ਵੀ ਚਾਹੁੰਦਾ ਵੀ ਮੈਂ ਸਿੱਖ ਸੰਘਰਸ਼ ਦਾ ਹਾਣੀ ਬਣਾ, ਉਹਦੇ ਸਿਧਾਂਤਾਂ ਦੇ ਰਾਹੀਂ ਲੜਾਈ ਲੜਾਂ ਕੋਈ ਸੰਘਰਸ਼ ਦੀ, ਤੇ ਉਹਨੂੰ ਉਹਦੇ ਲਈ ਇਹ ਕਿਤਾਬਾਂ ਪੜ੍ਹਨੀਆਂ ਤੇ ਉਹ ਕਿਤਾਬਾਂ ਦੇ ਮੁਤਾਬਕ ਜੀਵਣਾ ਬਹੁਤ ਜ਼ਰੂਰੀ ਹੈ। ਜਸਪਾਲ ਸਿੰਘ ਮੰਝਪੁਰ ਸਾਡੇ ਨਾਲ ਜੁੜੇ ਸੀ ਤੇ ਹੁਣ ਨਰੈਣ ਸਿੰਘ ਜੀ ਚੌੜਾ ਤੇ ਪਰਮਜੀਤ ਸਿੰਘ ਗਾਜੀ ਗੁਰਫਤਿਹ ਸਾਂਝ ਕਰਦੇ ਹਾਂ ਦੋਵਾਂ ਵੀਰਾਂ ਦੇ ਨਾਲ। ਪਹਿਲਾਂ ਫਤਿਹ ਸਾਂਝ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੌੜਾ ਸਾਹਿਬ, ਕਿਵੇਂ ਵੇਖਦੇ ਆ ਇਸ ਕਿਤਾਬ ਨੂੰ, ਖੜਕੂ ਸੰਘਰਸ਼ ਦੀ ਸਾਖੀ 2? ਕਿਉਂਕਿ ਹੁਣੇ ਭਾਈ ਸਾਹਿਬ ਗੱਲ ਕਰ ਰਹੇ ਸੀ, ਕਹਿੰਦੇ ਕਿ ਸਾਖੀਆਂ ਗੁਰੂ ਨਾਨਕ ਵੇਲੇ ਦੀਆਂ ਵੇਖੀਆਂ ਅਸੀਂ ਤੇ ਸਾਖੀ ਦੇ ਰੂਪ ਦੇ ਵਿੱਚ ਇਹਨੂੰ ਪੇਸ਼ ਕੀਤਾ ਗਿਆ। ਤੇ ਮੈਂ ਆਪ ਪਹਿਲੀ ਕਿਤਾਬ ਜਿਹੜੀ ਪੜ੍ਹੀ ਸੀ ਨਾ, ਉਹਦੇ ਵਿੱਚ ਮੈਂ ਲਾਸਟ ਟਾਈਮ ਜਦੋਂ ਭਾਈ ਸਾਹਿਬ ਨੂੰ ਮਿਲਿਆ, ਭਾਈ ਦਲਜੀਤ ਸਿੰਘ ਨੂੰ, ਤੇ ਮੈਂ ਇੱਕ ਸਵਾਲ ਕੀਤਾ ਕਿ ਮੈਂ ਭਾਈ ਸਾਹਿਬ ਇਹਦੇ ਵਿੱਚ ਤੇ ਕੋਈ ਮੇਨ ਬੰਦੇ ਜ਼ਿਕਰ ਨਹੀਂ ਕੀਤਾ। ਮੇਨ ਬੰਦੇ ਜਿੱਦਾਂ ਵੱਡੇ ਚਿਹਰੇ ਭਾਈ ਨਰੈਣ ਸਿੰਘ ਚੌੜਾ ਹੋ ਗਏ, ਭਾਈ ਦਲਜੀਤ ਸਿੰਘ ਬਿੱਟੂ ਹੋ ਗਏ, ਭਾਈ ਪਰਮਜੀਤ ਸਿੰਘ ਪੰਜਵੜ ਸੀ, ਬੱਬਾ ਵਧਾਰ ਸਿੰਘ ਬੱਬਰ, ਸੁਦੇਵ ਸਿੰਘ ਬੱਬਰ, ਕੋਈ ਵੀ ਇਹੋ ਜਿਹਾ ਨਾਮ ਨਹੀਂ ਸੀ। ਇਹ ਆਮ ਲੋਕਾਂ ਦੀ ਕਹਾਣੀ ਸੀ, ਆਮ ਲੋਕਾਂ ਦੀ ਇਹ ਕਹਾਣੀ ਜ਼ਿਕਰ ਕੀਤਾ ਗਿਆ। ਕਿਵੇਂ ਵੇਖਦੇ ਹੋ ਉਸ ਕਿਤਾਬ ਨੂੰ? ਦੂਜਾ ਫਿਰ ਉਹਨਾਂ ਨੇ ਕਲਮਬੰਦ ਕੀਤੀ ਹੋਵੇ, ਕਹਿੰਦੇ ਕਿ ਤੀਜੀ ਦੇ ਵਿੱਚ ਸ਼ਾਇਦ ਵੱਡੇ ਚਿਹਰੇ ਦੇ ਨਾਮ ਵੀ ਆਉਣਗੇ। ਦੇਖੋ, ਜਦੋਂ ਕੋਈ ਸੰਘਰਸ਼ਸ਼ੀਲ ਯੋਧਾ ਖੁਦ ਸੰਘਰਸ਼ ਦਾ ਇਤਿਹਾਸ ਲਿਖਦਾ ਤੇ ਉਹਦਾ ਵਰਤਾਂਤ ਅਜਿਹੇ ਤਰੀਕੇ ਨਾਲ ਪੇਸ਼ ਕਰਦਾ ਕਿ ਜਿਹਦਾ ਆਧਾਰ ਉਹ ਲੋਕ ਨੇ ਜਿਨ੍ਹਾਂ ਨੇ ਸੰਘਰਸ਼ ਵਿੱਚ ਚੁੱਪ ਕੀਤੇ ਆਪਣਾ ਅਹਿਮ ਯੋਗਦਾਨ ਪਾਇਆ, ਪਰ ਲੋਕ ਉਹਨਾਂ ਦੇ ਯੋਗਦਾਨ ਤੋਂ ਜਾਣੂ ਨਹੀਂ। ਇਹ ਉਹ ਜਾਣਕਾਰੀ ਇਹਦੇ ਵਿੱਚ ਦਿੱਤੀ ਗਈ ਆ ਉਹਨਾਂ ਸੰਘਰਸ਼ ਦੇ ਪਾਤਰਾਂ ਦੀ ਜਿਨ੍ਹਾਂ ਨੇ ਸੰਘਰਸ਼ ਵਿੱਚ ਵੱਡਾ ਹਿੱਸਾ ਪਾਉਣ ਦੇ ਬਾਵਜੂਦ ਆਪਣਾ ਨਾਂ ਜਿਹੜਾ ਉਹ ਜਨਤਕ ਨਹੀਂ ਕੀਤਾ। ਦੂਜਾ ਜਿਹੜਾ ਸੱਚ ਬਿਆਨ ਕੀਤਾ ਜਾ ਸਕਦਾ, ਉਹ ਖੁਦ ਜਿਨ੍ਹੇ ਹੱਡੀ ਹੰਡਾਇਆ ਹੋਏ ਸਾਰਾ ਸੰਘਰਸ਼, ਉਹ ਹੀ ਸੱਚ ਦਾ ਵਰਤਾਂਤ ਕਰ ਸਕਦਾ। ਤੇ ਜਿਹੜੇ ਦੂਜੇ ਰਾਈਟਰ ਲਿਖਦੇ ਨੇ ਉਹ ਅੰਦਾਜ਼ੇ ਲਾ ਕੇ ਲਿਖਦੇ ਨੇ, ਜਾਂ ਸੁਣੀਆਂ ਸੁਣਾਈਆਂ ਗੱਲਾਂ ਸੁਣ ਕੇ ਲਿਖਦੇ ਨੇ, ਜਾਂ ਦੁਸ਼ਮਣ ਦਾ ਪੱਖ ਸੁਣ ਕੇ ਉਹਦੇ ਤੇ ਹੀ ਕੈਲ ਹੋ ਜਾਂਦੇ ਨੇ ਤੇ ਉਹਨੂੰ ਹੀ ਬਿਆਨ ਕਰ ਦਿੰਦੇ ਨੇ। ਉਹ ਸੱਚ ਨਹੀਂ ਹੁੰਦਾ। ਇਸ ਕਰਕੇ ਇਹ 100% ਸੱਚ ਆ। ਹਾਂ, ਇੰਨੀ ਕੁ ਕਮੀ ਜ਼ਰੂਰ ਰਹਿ ਸਕਦੀ ਆ ਕਿ ਸਾਰੀਆਂ ਗੱਲਾਂ ਦਾ ਇਕੱਲੇ ਬੰਦੇ ਨੂੰ ਨਹੀਂ ਪਤਾ ਹੁੰਦਾ ਜਿਹੜੀਆਂ ਭਾਈ ਵਾਪਰੀਆਂ ਹੁੰਦੀਆਂ ਨੇ। ਤੇ ਜਿੰਨਾ
ਜਿਹਨੂੰ ਪਤਾ ਉਹਨੇ ਓਨਾ ਬਿਆਨ ਕਰਤਾ, ਤੇ ਜਿੰਨਾ ਦੂਜੇ ਨੂੰ ਪਤਾ ਉਹ ਉਹਦਾ ਬਿਆਨ ਕਰ ਸਕਦਾ। ਇਹ ਕਿਤਾਬ ਇਹ ਵੀ ਆਧਾਰ ਬਣੇਗੀ ਕਿ ਜਿਹੜੀ ਗੱਲ ਕਿਸੇ ਬਾਰੇ ਰਹਿ ਗਈ ਆ ਤੇ ਦੂਜੇ ਨੂੰ ਪਤਾ ਵਾ, ਉਹ ਅੱਗੇ ਇਹਨੂੰ ਲਿਖਣ ਦਾ ਯਤਨ ਕਰੇਗਾ। 80 ਤੋਂ 90 ਦਾ ਦਹਾਕਾ ਸੀ ਜੋ ਉਸ ਸਮੇਂ ਦੇ ਵਿੱਚ ਲਿਖਿਆ ਪਹਿਲੀ ਵਾਰੀ ਆ। ਵੈਸੇ ਸੁਣਦੇ ਹੁੰਦੇ ਸੀ ਅਸੀਂ ਕਿ ਘਰਾਂ ਤੋਂ ਨੌਜਵਾਨਾਂ ਨੂੰ ਚੁੱਕ ਲਿਆ ਜਾਂਦਾ ਸੀ ਤੇ ਸ਼ਾਮਾਂ ਨੂੰ ਪਤਾ ਨਹੀਂ ਤਾਂ ਘਰੇ ਆਉਣਾ ਕਿ ਨਹੀਂ ਆਉਣਾ। 2-2 ਜੀਪਾਂ ਨਾਲ ਬੰਨ੍ਹ ਦਿੱਤਾ ਜਾਂਦਾ ਸੀ, ਪਾੜ ਕੇ ਦੇ ਵਿੱਚ ਤੇ ਖਪਾ ਦਿੱਤਾ ਜਾਂਦਾ ਸੀ। ਸ਼ਾਇਦ ਉਹ ਨਹਿਰਾਂ ਬੋਲਦੀਆਂ ਹੋਣਗੀਆਂ, ਉਹ ਦਰਿਆ ਬੋਲਦੇ ਹੋਣਗੇ, ਉੱਥੇ ਪਤਾ ਲੱਗਦਾ ਹੋਊਗਾ ਕਿ ਕਿਸੇ ਮੱਛੀ ਨੇ ਖਾਧਾ, ਕਿੱਥੇ ਚਲ ਗਏ, ਕਿੱਥੇ ਮਾਰ ਖਪਾ ਦਿੱਤੇ ਗਏ। ਪਰ ਇਤਿਹਾਸ ਸ਼ਾਇਦ ਪਹਿਲੀ ਵਾਰੀ ਕਲਮਬੰਦ ਹੋਇਆ। ਵੇਖੋ, ਇੱਕ ਜੁਝਾਰੂ ਦੀ ਕਲਮ ਦੇ ਰਾਹੀਂ ਪਹਿਲੀ ਵਾਰ ਹੋਇਆ, ਪਰ ਜਿਵੇਂ CCDP ਕਮੇਟੀ ਬਣੀ ਸੀ, ਫਿਰ ਇੱਕ ਹੋਰ ਇਨਸਾਫ ਸੰਸਥਾ ਸੀ, ਚਾਹੇ ਹੁਣ ਜਿਹੜੇ ਇੱਕ ਵਕੀਲਾਂ ਦੀ ਟੀਮ ਆ ਜਿਹਨੇ 8257 ਕੇਸ ਜਿਹੜੇ ਨੇ ਉਹਨਾਂ ਦੀ PIL ਆਈ ਆ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ, ਤੇ ਉਹ ਕੇਸ ਲਾਏ ਆ ਜਿਨ੍ਹਾਂ ਦੇ ਪੂਰੇ ਡਾਕੂਮੈਂਟਸ ਨੇ ਜਿਹੜੇ ਕੋਰਟ ਮੰਨ ਲਏ, ਹਾਈ ਕੋਰਟ ਮੰਨ ਲਏ, ਤੇ ਜਿਹੜੇ ਜੇ ਅਧੂਰੇ ਡਾਕੂਮੈਂਟਸ ਨੇ 13,000 ਦੇ ਕਰੀਬ ਜਿਹੜੇ ਅੰਕੜੇ ਨੇ ਸ਼ਹੀਦਾਂ ਦੇ, ਉਹ ਪੂਰੇ ਡਾਕੂਮੈਂਟਸ ਦੇ ਕੁਝ ਅਧੂਰੇ ਰਹਿ ਗਏ ਅਜੇ, ਉਹ ਇਕੱਠੇ ਕੀਤੇ ਜਾ ਰਹੇ ਆ, ਉਹ ਇਕੱਠੇ ਕਰ ਲਏ ਆ। ਇਹ ਕਰਕੇ ਕੰਮ ਹੋ ਰਿਹਾ, ਲੇਕਿਨ ਉਹ ਕੰਮ ਜਿਹੜਾ ਕਰ ਰਿਹਾ ਉਹ ਇੱਕ ਵਕੀਲਾਂ ਦੀ ਟੀਮ ਕਰ ਰਹੀ ਆ। ਪਰ ਇਹ ਜਿਹੜਾ ਕੰਮ ਕੀਤਾ ਇਹ ਪਿੰਡੇ ਤੇ ਹੰਡਾਇਆ, ਸਾਰਾ ਕੁਝ ਵੇਖਿਆ ਉਹਨੇ, ਖੁਦ ਕੀਤਾ, ਜੋ ਉਹਨੇ ਖੁਦ ਆਪਣੇ ਅੱਖੀਂ ਵੇਖਿਆ ਉਹ ਕਲਮਬੰਦ ਕੀਤਾ ਵਾ। ਇਹ ਕਰਕੇ ਇਹਦੀ ਆਪਣੀ ਅਹਿਮੀਅਤ ਆ, ਉਹਦੀ ਆਪਣੀ ਅਹਿਮੀਅਤ ਆ। ਕੋਈ ਕਿਸੇ ਦੀ ਕਾਨੂੰਨੀ ਨੁਕਤੇ ਤੋਂ ਅਹਿਮੀਅਤ ਆ, ਕਿਸੇ ਦੀ ਇਤਿਹਾਸ ਦੇ ਪੱਖੋਂ ਅਹਿਮੀਅਤ ਆ। ਇੱਥੇ ਮੈਂ ਇੱਕ ਗੱਲ ਇਹ ਸਪਸ਼ਟ ਕਰਨੀ ਚਾਹੁੰਦਾ ਵਾਂ ਕਿ ਜਿਹੜੀ ਸਾਖੀ ਆ ਇਹਦਾ ਮਤਲਬ ਕੀ ਆ? ਸਾਖੀ ਦਾ ਮਤਲਬ ਹੁੰਦਾ ਗਵਾਹੀ, ਹੂ-ਬਹੂ ਜੋ ਵਾਪਰਿਆ ਹੋਵੇ। ਤੇ ਜਿਹੜੇ ਇਤਿਹਾਸਕਾਰ ਇਤਿਹਾਸ ਲਿਖਦੇ ਨੇ, ਜਿਨ੍ਹਾਂ ਨੂੰ ਉਹ ਡਾਕੂਮੈਂਟਸ ਮੰਨ ਬਹਿੰਦੇ ਨੇ, ਕੁਝ ਡਾਕੂਮੈਂਟਸ ਬਣਾਏ ਹੁੰਦੇ ਨੇ ਦੁਸ਼ਮਣ ਨੇ, ਕੁਝ ਡਾਕੂਮੈਂਟਸ ਉਹ ਆਪ ਖੁਦ ਅੰਦਾਜ਼ਿਆਂ ਨਾਲ ਬਣਾ ਲੈਂਦੇ ਨੇ, ਤੇ ਕੁਝ ਡਾਕੂਮੈਂਟਸ ਹੁੰਦੇ ਨੇ ਜਿਹੜੇ ਅਦਾਲਤੀ ਪ੍ਰਕਿਰਿਆ ਦੇ ਵਿੱਚ ਸਾਹਮਣੇ ਆਉਂਦੇ ਨੇ। ਕੁਝ ਉਹ ਹੁੰਦੇ ਨੇ ਤਬਦੀਸ਼ੀ ਕੇਂਦਰਾਂ ਦੀਆਂ ਤਬਦੀਸ਼ਾਂ ਦੇ ਆਧਾਰ ਤੇ। ਹੁਣ ਇੱਥੇ ਮੈਂ ਇਹ ਗੱਲ ਸਪਸ਼ਟ ਕਰਨਾ ਚਾਹੁੰਦਾ ਕਿ ਉਹ ਸਾਰੇ ਹੀ ਡਾਕੂਮੈਂਟਸ ਜਿਹੜੇ ਹੁੰਦੇ ਆ ਨਾ, ਉਹ ਹੂ-ਬਹੂ ਸੱਚ ਨਹੀਂ ਹੁੰਦੇ, ਕਿਉਂਕਿ ਜਦੋਂ ਵੀ ਕਿਸੇ ਜੁਝਾਰੂ ਦੀ ਦੁਸ਼ਮਣ ਦੀਆਂ ਏਜੰਸੀਆਂ ਤਬਦੀਸ਼ ਕਰਦੀਆਂ ਤੇ ਉਹਨੇ ਇੱਕ ਕਹਾਣੀ ਇੱਕ ਦੇਣੀ ਹੁੰਦੀ ਆ, ਅਜਿਹੀ ਕਹਾਣੀ ਜਿਹਨੂੰ ਉਹ ਸੱਚ ਮੰਨ ਲੈਣ, ਪਰ ਉਹ ਸੱਚ ਨਹੀਂ ਹੁੰਦਾ, ਕਿਉਂਕਿ ਉਹਨੇ ਆਪਣਾ ਜਿਹੜਾ ਸਾਰਾ ਹੀ ਸੰਘਰਸ਼ ਦੀਆਂ ਜਿਹੜੀਆਂ ਖੁਫੀਆ ਗੱਲਾਂ ਨੇ, ਜਿਹੜੀ ਜਾਣਕਾਰੀ ਉਹਨਾਂ ਨੂੰ ਉਹਨੇ ਪ੍ਰਗਟ ਨਹੀਂ ਕਰਨਾ ਹੁੰਦਾ ਉਹਨਾਂ ਦੇ ਸਾਹਮਣੇ, ਉਹਨੇ ਛੁਪਾ ਕੇ ਰੱਖਣਾ ਹੁੰਦਾ। ਸੱਚ ਤੇ ਝੂਠ ਉਹ ਦੋਵੇਂ ਚੀਜ਼ਾਂ ਹੁੰਦੀਆਂ, ਥੋੜਾ ਸੱਚ ਹੋ ਸਕਦਾ, ਬਾਕੀ ਕੋਲੋਂ ਵੀ ਹੋ ਸਕਦਾ। ਵੇਖੋ, ਜਿਹੜੀ ਇੱਕ ਨੀਤੀ ਹੁੰਦੀ ਆ ਗਰੀਲਾ ਜੰਗ ਦੀ, ਇਹ ਥੋੜਾ ਕਿ ਦੁਸ਼ਮਣ ਦੇ ਅੱਗੇ ਸੱਚ ਉਗਲ ਦੇਣਾ। ਦੁਸ਼ਮਣ ਦੇ ਕੋਲੋਂ ਆਪਣਾ ਸਭ ਕੁਝ ਲੁਕਾਉਣਾ, ਆਪਣੇ ਸਾਥੀਆਂ ਬਾਰੇ ਜਾਣਕਾਰੀ ਲੁਕਾਉਣੀ। ਹੁਣ ਮੈਂ ਇੱਕ ਮਿਸਾਲ ਦੇਣਾ, ਜਦੋਂ ਝੰਡਾ ਫੜਿਆ ਗਿਆ ਸੀ ਨਾ, ਤੇ ਉਹਨੇ ਜਨਰਲ ਵੈਦਿਆ ਨੂੰ ਸੋਧਾ ਲਾਉਣ ਵਾਲੇ ਆਪਣੇ ਸਾਥੀ ਦਾ ਜਿਹੜਾ ਨਾਂ ਲਿਆ ਸੀ ਨਾ, ਉਹ ਸੁਖਦੇਵ ਸਿੰਘ ਸੁੱਖੇ ਦਾ ਨਹੀਂ ਲਿਆ, ਉਹ ਲਿਆ ਸੀ ਮਥੁਰਾ ਸਿੰਘ ਦਾ, ਜਿਹੜਾ ਉਦੋਂ ਸ਼ਹੀਦ ਹੋ ਚੁੱਕਾ ਸੀ। ਕਿਉਂ ਲਿਆ ਸੀ? ਕਿਉਂਕਿ ਉਹਨੇ ਜਿਹੜਾ ਗਰੀਲਾ ਯੁੱਧ ਦਾ ਭਾਈ ਜਿੱਥੋਂ ਲੀਕੇਜ ਹੋ ਸਕਦੀ ਸੀ, ਉਹਨੇ ਛੁਪਾ ਕੇ ਰੱਖਿਆ। ਇਸ ਕਰਕੇ ਉਹ ਜਿਹੜੇ ਸੋਰਸ ਹੁੰਦੇ ਨੇ, ਜਿਹੜੇ ਦੁਸ਼ਮਣ ਨੇ ਘੜੇ,
ਖੁਫੀਆ ਏਜੰਸੀਆਂ ਦੀਆਂ ਤਬਦੀਸ਼ਾਂ ਦੇ, ਪੁਲਿਸ ਦੀ ਤਬਦੀਸ਼ ਦੇ ਜਿਹੜੇ ਡਾਕੂਮੈਂਟਸ ਨੇ, ਜਾਂ ਅਦਾਲਤੀ ਕਟਹਿਰੇ ਦੇ ਵਿੱਚ ਖੜੋ ਕੇ ਜਿਹੜੀਆਂ ਗਵਾਹਾਂ ਨੇ ਗਵਾਹੀਆਂ ਦਿੱਤੀਆਂ, ਕਿਉਂਕਿ ਗਵਾਹ ਝੂਠੇ ਬਣਾਏ ਜਾਂਦੇ ਨੇ। ਇਸ ਕਰਕੇ ਉਹ ਜਿਹੜੇ ਡਾਕੂਮੈਂਟਸ ਨੇ, ਦਸਤਾਵੇਜ਼ ਨੇ, ਉਹ ਸੱਚੇ ਨਹੀਂ ਹੁੰਦੇ। ਜਿਹੜੇ ਅੱਜ ਜਿਹੜਾ ਇੱਕ ਇਸ ਯੁੱਗ ਦਾ ਇਤਿਹਾਸ ਲਿਖਣ ਦਾ ਇੱਕ ਅਕੈਡਮਿਕ ਤਰੀਕਾ ਬਣ ਗਿਆ ਕਿ ਜਿਹੜੇ ਲਿਖਤੀ ਡਾਕੂਮੈਂਟਸ ਨੇ ਉਹਨਾਂ ਦੇ ਆਧਾਰ ਤੇ ਲਿਖਣਾ, ਇਹ ਗੱਲ ਨੂੰ ਮੈਂ ਜਿਹੜੇ ਅਸੀਂ ਪੰਥਕ ਦਸਤਾਵੇਜ਼ ਛਾਪੇ ਆ ਕਿਤਾਬ, ਉਹਦੀ ਭੂਮਿਕਾ ਦੇ ਵਿੱਚ ਵੀ ਉਹਦਾ ਜ਼ਿਕਰ ਕੀਤਾ ਵਾ ਕਿ ਅਸਲ ਇਤਿਹਾਸ ਉਹ ਵਾ ਜਿਹੜਾ ਕਿਸੇ ਜੁਝਾਰੂ ਨੇ ਖੁਦ ਪਿੰਡੇ ਤੇ ਹੰਢਾਇਆ ਤੇ ਜਾਂ ਜਿਹਨੇ ਆਪਣੇ ਅੱਖੀਂ ਵੇਖਿਆ ਉਹ ਲਿਖਿਆ। ਕਲਮਬੱਧ ਕੀਤਾ। ਫਿਰ ਇਹ ਆ ਬਰਤਾਂਤ। ਪਰਮਜੀਤ ਸਿੰਘ ਗਾਜੀ ਸਾਡੇ ਨਾਲ। ਗਾਜੀ ਸਾਹਿਬ, ਲੰਬਾ ਸਮਾਂ ਤੁਸੀਂ ਭਾਈ ਸਾਹਿਬ ਦੇ ਨਾਲ ਰਹਿੰਦੇ ਹੋ ਤੇ ਅਕਸਰ ਹੀ ਤਸਵੀਰਾਂ ਤੁਹਾਡੀਆਂ ਮੈਂ ਰੋਜ਼ ਹੀ ਵੇਖਦਾ ਹੁੰਦਾ, ਤੇ ਅੱਜ ਕੱਲ੍ਹ ਬਹੁਤ ਥਾਵਾਂ ਤੇ ਜਾ ਰਹੇ ਹੋ, ਕਿਉਂਕਿ 28 ਨੂੰ ਜਿਹੜਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਪ੍ਰੋਗਰਾਮ ਹੋ ਰਿਹਾ, ਉਹਦੇ ਬਾਰੇ ਭਾਈ ਸਾਹਿਬ ਨਾਲ ਗੱਲਬਾਤ ਹੋਈ ਸੀ। ਕੀ ਗੱਲਾਂ ਬਾਤਾਂ ਹੁੰਦੀਆਂ, ਥੋੜ੍ਹਾ ਜਿਹਾ ਇਸ ਕਿਤਾਬ ਬਾਰੇ, ਤੇ ਸਾਰਾ ਦਿਨ ਦੇ ਵਿੱਚ ਕੀ ਚਰਚਾਵਾਂ ਹੁੰਦੀਆਂ, ਕਿਹੋ ਜਿਹਾ ਇਕੱਠ ਹੋਊਗਾ ਉੱਥੇ? ਦੇਖੋ, ਕਿਤਾਬ ਬਾਰੇ ਤੇ ਹੈ ਕਿ ਜਦੋਂ ਪਹਿਲੀ ਕਿਤਾਬ ਭਾਈ ਸਾਹਿਬ ਹੁਣਾਂ ਵੱਲੋਂ ਆਈ ਸੀ, ਖਾੜਕੂ ਸੰਘਰਸ਼ ਦੀ ਸਾਖੀ, ਅਣਜਾਣੇ ਅਣਗੌਲੇ ਸਿੱਦਕੀ ਤੇ ਯੋਧੇ, ਉਹਨੂੰ ਪੜ੍ਹਦਿਆਂ ਜਿਹੜੀ ਗੱਲ ਮੈਨੂੰ ਮਹਿਸੂਸ ਹੋਈ ਉਹੀ ਮੈਂ ਇੱਕ ਲਫ਼ਜ਼ 'ਚ ਬਿਆਨ ਕਰਨ ਦੀ ਕੋਸ਼ਿਸ਼ ਕਰਦਾ ਹੈ। ਮੈਨੂੰ ਇੱਦਾਂ ਲੱਗਿਆ ਕਿ ਅੱਜ ਦੇ ਸਮੇਂ 'ਚ ਜਦੋਂ ਹਰ ਪਾਸੇ ਆਪੋ ਤਾਪੀ ਫੈਲੀ ਹੋਈ ਹੈ, ਨਿੱਜ ਪ੍ਰਸਤੀ ਹਾਵੀ ਹੈ, ਔਰ ਛੋਟੇ ਛੋਟੇ ਮੁਫਾਦ ਜਿਹੜੇ ਆ ਉਹਨਾਂ ਦੇ ਲਈ ਤੁਹਾਨੂੰ ਆਪਣੇ ਆਲੇ ਦੁਆਲੇ ਇੱਕ ਖੁਦਗਰਜ਼ੀ ਦਾ ਮਾਹੌਲ ਬਣਿਆ ਦਿਸਦਾ ਹੈ। ਇਸ ਕਿਤਾਬ ਨੇ ਜਿਵੇਂ ਇੱਕ ਅਜਿਹੀ ਪਵਿੱਤਰ ਖਿੜਕੀ ਖੋਲ੍ਹ ਦਿੱਤੀ ਹੁੰਦੀ ਹੈ ਕਿ ਜਿਹਦੇ ਵਿੱਚੋਂ, ਇਸ ਧੁੰਦੂਕਾਰੇ ਦੇ ਵਿੱਚੋਂ ਤੁਸੀਂ ਬੁਲੰਦ ਕਿਰਦਾਰਾਂ ਦੇ ਦਰਸ਼ਨ ਕਰ ਸਕਦੇ ਹੋ, ਜਿਹੜੇ ਉਸ ਸਮੇਂ ਵਿਚਰੇ, ਜਿਨ੍ਹਾਂ ਨੇ ਉਸ ਸਮੇਂ ਦਾ ਸੱਚ ਜਿਉਇਆ ਤੇ ਬੜੇ ਰੌਸ਼ਨ ਜ਼ਮੀਰ ਹੋ ਕੇ, ਕਈ ਸੁਰਖਰੂ ਹੋ ਕੇ ਇਸ ਦੁਨੀਆ ਤੋਂ ਗਏ। ਤੇ ਦੂਜੇ ਪਾਸੇ ਉਹ ਸੀਗੇ ਜਿਨ੍ਹਾਂ ਨੇ ਉਸ ਸਮੇਂ ਦੇ ਵਿੱਚ ਰਹਿੰਦਿਆਂ ਹੋਇਆਂ ਬੜੇ ਰੌਸ਼ਨ ਕਿਰਦਾਰ ਪ੍ਰਗਟ ਕੀਤੇ, ਤੇ ਉਹ ਉਸੇ ਸੱਚ ਨੂੰ ਸਾਂਭ ਕੇ ਗੁੰਮਨਾਮੀ ਦੇ ਵਿੱਚ ਆਪਣੀ ਜ਼ਿੰਦਗੀ ਜਿਹੜੀ ਸੀਗੀ ਉਸ ਤੋਂ ਬਾਅਦ ਦੇ ਵਿੱਚ ਉਹ ਜਿਉਣ ਲੱਗ ਗਏ, ਜਿੱਦਾਂ ਬਹੁਤ ਸਾਰੇ 18 ਵਾਲੇ ਪਰਿਵਾਰਾਂ ਦਾ ਉਹਦੇ ਵਿੱਚ ਜ਼ਿਕਰ ਸੀਗਾ। ਸੋ ਉਸੇ ਤਰ੍ਹਾਂ ਹੀ ਹੁਣ ਜਿਹੜੀ ਕਿਤਾਬ ਜਾਰੀ ਹੋਈ ਹੈ, ਇਹਦੇ ਵਿੱਚ ਕਿ ਖਾੜਕੂ ਸੰਘਰਸ਼ ਦੇ ਦੌਰਾਨ ਸਾਧਨ ਕਿਹੜੇ ਸੀ, ਕਿੱਥੋਂ ਆਉਂਦੇ ਸੀ, ਕੀ ਉਹਨਾਂ ਦੀ ਅਹਿਮੀਅਤ ਸੀਗੀ। ਹੁਣ ਮਤਲਬ ਜਿਹੜੇ ਸਿੰਘਾਂ ਨੇ ਬੈਂਕਾਂ ਨੂੰ ਮਾਂਜੇ ਲਾਏ, ਜੋ ਇੱਕ ਗੁਰੀਲਾ ਯੋਧਾ ਪੈਂਤੜਾ ਹੁੰਦਾ, ਉਹ ਤਾਂ ਸਾਰੇ ਜਾਣਦੇ ਆ, ਪਰ ਭਾਈ ਸਾਹਿਬ ਇਹ ਦੱਸਦੇ ਕਿ ਵੱਡਾ ਜਿਹੜਾ ਮਾਇਆ ਦਾ ਵੀ ਸਾਧਨ ਸੀਗਾ ਉਹ ਸੰਗਤ ਦਾ ਦਸਵੰਧ ਸੀਗਾ, ਜਿਹਦੇ ਬਾਰੇ 'ਚ ਕਦੀ ਵੀ ਜ਼ਿਕਰ ਜਿਹੜਾ ਆ ਉਹ ਨਹੀਂ ਹੁੰਦਾ। ਫਿਰ ਹਥਿਆਰਾਂ ਦੀ ਕੀ ਭੂਮਿਕਾ ਸੀ, ਹਥਿਆਰਾਂ ਦਾ ਸਿੱਖਾਂ ਦੇ ਨਾਲ ਮੋਹ ਕਿਸ ਤਰ੍ਹਾਂ ਦਾ ਹੈਗਾ। ਸੋ ਇਸ ਤਰ੍ਹਾਂ ਦੀਆਂ ਕਾਫੀ ਸਾਰੀਆਂ ਗੱਲਾਂ ਸਾਧਨਾ ਦੇ ਪੱਖ ਤੋਂ, ਸਬੱਬ ਦੇ ਪੱਖ ਤੋਂ, ਦੁਸ਼ਮਣ ਦੇ ਬਚਣ ਦੇ, ਆਪਣੇ ਸਿੰਘਾਂ ਦੇ ਬਚਣ ਦੇ ਸਬੱਬ ਜਿਹੜੇ ਆ ਉਹ ਆਏ, ਸਿਦਕ ਕਿਵੇਂ ਲੋਕਾਂ ਨੇ ਨਿਭਾਏ, ਸ਼ਹਾਦਤਾਂ ਕਿੱਦਾਂ ਹੋਈਆਂ, ਉਹਦਾ ਜ਼ਿਕਰ ਇਸ ਕਿਤਾਬ ਦੇ ਵਿੱਚ ਹੈਗਾ। ਤੇ ਦੂਸਰੀ ਗੱਲ ਜਿਹੜੀ ਤੁਸੀਂ ਕੀਤੀ ਕਿ ਅੱਜ ਕੱਲ੍ਹ ਦੀ ਜਿਹੜੀ ਸਰਗਰਮੀ ਚੱਲ ਰਹੀ, ਦੇਖੋ ਸ਼੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਦੀ ਬਿਲਕੁਲ ਗੁਰੂ ਮਹਾਰਾਜ ਵੱਲੋਂ ਬਖਸ਼ੀ ਕੇਂਦਰੀ ਸੰਸਥਾ ਆ, ਜਿਨਨੇ ਗੁਰਸੰਗਤ ਤੇ ਖਾਲਸਾ ਪੰਥ ਦੇ ਵੱਖ-ਵੱਖ ਜਥਿਆਂ ਨੂੰ ਸੂਤਰਧਾਰ ਕਰਕੇ ਰੱਖਣਾ, ਇੱਕ ਮਾਲਾ ਦੇ ਮਣਕਿਆਂ ਵਾਂਗੂ ਪਰੋ ਕੇ ਰੱਖਣਾ, ਤੇ ਇਹ ਸਾਰੀ ਸ਼ਕਤੀ ਜਿਹੜੀ ਪੰਥ ਦੀ ਹੈ ਉਹ ਕੇਂਦਰਿਤ ਕਰਨੀ ਆ ਤਾਂ ਕਿ ਪੰਥ ਦੇ ਜਿਹੜੇ ਸਰੋਕਾਰ ਨੇ ਉਹ ਸਰ ਹੋ ਸਕਣ। ਪਰ ਜਦੋਂ ਥੋੜ੍ਹੀ ਜਿਹੀ ਗੱਲ ਆਪਾਂ ਪਿੱਛੋਂ ਕਰ ਲੈਂਦੇ ਹਾਂ ਸੰਖੇਪ ਦੇ ਵਿੱਚ ਹੀ, ਕਿ ਜਦੋਂ ਅੰਗਰੇਜ਼ ਆਏ ਤਾਂ ਉਸ ਤੋਂ ਪਹਿਲਾਂ ਜਿਹੜਾ ਅਕਾਲ ਤਖ਼ਤ ਸਾਹਿਬ ਦੀ ਸੇਵਾ ਸੰਭਾਲ ਉਹ ਬਿਲਕੁਲ ਅਕਾਲੀ ਜਥਿਆਂ ਦੇ ਕੋਲ ਸੀਗੀ, ਜਿਹੜੀ ਕਿਸੇ ਦੀ ਵੀ ਦੁਨਿਆਵੀ ਸੱਤਾ ਨਹੀਂ ਸੀ ਮੰਨਦੇ। ਇੱਥੋਂ ਤੱਕ ਕਿ ਸਿੱਖਾਂ ਦੇ ਆਪਣੇ ਰਾਜ ਦੀ ਵੀ ਦੁਨਿਆਵੀ ਸੱਤਾ ਨਹੀਂ ਸੀ ਮੰਨਦੇ। ਅਕਾਲੀ ਫੂਲਾ ਸਿੰਘ ਜਿਹੜੇ ਆ ਉਹ ਸਰਕਾਰ ਰਣਜੀਤ ਸਿੰਘ ਨੂੰ ਮਤਲਬ ਤਲਬ ਕਰ ਸਕਦੇ ਸੀ, ਸਭ ਕੁਝ ਉਹ ਆਪਾਂ ਇਤਿਹਾਸ ਤੋਂ ਵਾਕਿਫ ਹੈ। ਤਾਂ ਅੰਗਰੇਜ਼ ਇਸ ਗੱਲ ਤੋਂ ਬਹੁਤ ਬਾਖੂਬੀ ਵਾਕਿਫ ਸੀਗੇ। ਇਸ ਗੱਲ ਦਾ ਆਪਾਂ ਨੂੰ ਜਿਹੜੇ ਫਰੰਗੀ ਸਮਕਾਲੀ ਇਤਿਹਾਸਕਾਰ ਸੀ ਜਾਂ ਜਿਨ੍ਹਾਂ ਨੇ ਉਸ ਸਮੇਂ ਕਿਤਾਬਾਂ ਲਿਖੀਆਂ, ਉਹ ਤੋਂ ਪਤਾ ਲੱਗਦਾ ਕਿ ਅੰਗਰੇਜ਼ ਨੇ ਇਹ ਚੀਜ਼ ਸਟੱਡੀ ਕੀਤੀ ਸੀਗੀ। ਉਹਨੇ ਦੇਖਿਆ ਕਿ ਕਿਸੇ ਵੀ ਸਟੇਟ ਦੇ ਵਾਸਤੇ ਜਿਹੜੇ ਅਕਾਲੀ ਕਿਰਦਾਰ ਵਾਲੇ ਸਿੰਘ ਹੈ ਵੀ ਇਹ ਬਹੁਤ ਵੱਡਾ ਖਤਰਾ ਹੈਗੇ। ਇਸ ਕਰਕੇ ਜਦੋਂ ਪੰਜਾਬ ਦੇ ਉੱਪਰ ਕਾਬਜ਼ ਹੋਇਆ ਤੇ ਉਨੀ ਅਕਾਲੀਆਂ ਦਾ ਜਾਂ ਕਹਿ ਲਈਏ ਨਿਹੰਗ ਸਿੰਘਾਂ ਦਾ ਬਿਲਕੁਲ ਉਨੀ ਕਤਲੋਗਾਰਤ ਜਿਹੜੀ ਆ ਉਹ ਕੀਤੀ, ਜਿਹਦੇ 'ਚੋਂ ਆਪਾਂ ਸੁਹਾਣੇ ਜਿਹੜੀ ਬਾਬਾ ਹਨੂਮਾਨ ਸਿੰਘ ਹੋਣਾ ਬੁੱਢਾ ਦਲ ਦੇ ਉੱਪਰ ਜਦੋਂ ਹਮਲਾ ਕਰਦੀ ਹੈ ਫਿਰੰਗੀ ਦੀ ਫੌਜ, ਉਹ ਸਾਰੇ ਇਤਿਹਾਸ ਤੋਂ ਆਪਾਂ ਜਾਣੂ ਹੈਗੇ ਆ। ਉਹ ਸ਼ਹੀਦਾਂ ਦੀ ਯਾਦਗਾਰ ਵੀ ਉੱਥੇ ਬਣੀ ਹੋਈ ਆ ਸੁਹਾਣੇ ਮੋਹਾਲੀ ਵਿਖੇ। ਸੋ ਉਸ ਤੋਂ ਬਾਅਦ ਦੇ ਵਿੱਚ ਅੰਗਰੇਜ਼ਾਂ ਨੇ ਇੱਕ ਸਿਸਟਮ ਲਿਆਂਦਾ ਜਿਹਦੇ ਵਿੱਚ ਉਹਨਾਂ ਨੇ
ਇੱਕ ਜਥੇ ਦੇ ਕੋਲ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਹੋਣ ਦੀ ਬਜਾਏ ਪਹਿਲੀ ਵਾਰ ਹੋਇਆ ਕਿ ਉਹਨਾਂ ਨੇ ਇੱਕ ਪੁਰਖੀ ਸਰਬਰਾਹ ਸਿਸਟਮ ਲਿਆਂਦਾ। ਤੇ ਜਦੋਂ 1920 ਦੇ ਕਰੀਬ ਸਿੱਖਾਂ ਨੇ ਆਪਣੀ ਸੇਵਾ ਸੰਭਾਲ ਗੁਰਧਾਮਾਂ ਦੀ ਸੰਭਾਲੀ ਤਾਂ ਉਹਨਾਂ ਨੇ 3 ਚੀਜ਼ਾਂ ਕੀਤੀਆਂ। ਇੱਕ ਉਹਨਾਂ ਨੇ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਆਪਣੇ ਗੁਰਧਾਮਾਂ ਦੀ, ਤਖਤ ਸਾਹਿਬਾਨ ਦੀ ਆਪਣੇ ਹੱਥ ਦੇ ਵਿੱਚ ਲਈ। ਦੂਜਾ, ਉਹਨਾਂ ਨੇ ਸਾਂਝੀ ਅਗਵਾਈ ਚੁਣਨ ਦਾ ਪੰਚ ਪ੍ਰਧਾਨੀ ਦਾ ਤਰੀਕਾਕਾਰ ਲਾਗੂ ਕੀਤਾ। ਤੀਸਰਾ, ਉਹਨਾਂ ਨੇ ਜਿਹੜੇ ਫੈਸਲੇ ਆ ਉਹ ਗੁਰਮਤੇ ਦੇ ਰਾਹੀਂ ਲੈਣੇ ਸ਼ੁਰੂ ਕੀਤੇ। 1922 ਤੋਂ ਲੈ ਕੇ 25 ਤੱਕ ਅੰਗਰੇਜ਼ ਦੇ ਨਾਲ ਰੌਲਾ ਹੀ ਇਸ ਗੱਲ ਦਾ ਰਿਹਾ। ਅੰਗਰੇਜ਼ ਕਹਿੰਦਾ ਕਿ ਅਸੀਂ ਤੁਹਾਡੇ ਪ੍ਰਬੰਧ ਨੂੰ ਤਾਂ ਮਾਨਤਾ ਦੇਵਾਂਗੇ ਜੇਕਰ ਤੁਸੀਂ ਆਗੂ ਚੁਣਨ ਦਾ ਤੇ ਫੈਸਲਾ ਲੈਣ ਦਾ ਤਰੀਕਾ ਸਾਡਾ ਅਪਣਾਓਗੇ, ਨਹੀਂ ਤਾਂ ਤੁਹਾਡੀਆਂ ਤਿੰਨਾਂ ਚੀਜ਼ਾਂ ਨੂੰ ਹੀ ਨਹੀਂ ਮਾਨਤਾ ਦਿੰਦੇ, ਤੁਹਾਡੀ ਪ੍ਰਬੰਧ ਨੂੰ ਵੀ ਮਾਨਤਾ ਨਹੀਂ ਦਿੰਦੇ। ਪ੍ਰਬੰਧ ਨੂੰ ਤੁਸੀਂ ਚਲਾਓ, ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰੋ, ਪਰ ਸਾਡੇ ਦੱਸੇ ਹੋਏ ਤਰੀਕੇ ਦੇ ਨਾਲ ਆਗੂ ਚੁਣੋ, ਸਾਡੇ ਦੱਸੇ ਹੋਏ ਤਰੀਕੇ ਦੇ ਰਾਹੀਂ ਫੈਸਲੇ ਲਓ। 1925 ਦਾ ਗੁਰਦੁਆਰਾ ਕਾਨੂੰਨ ਬਣਨ ਦੇ ਨਾਲ ਅੰਗਰੇਜ਼ ਨੇ ਸੰਭਾਲ ਜਿਹੜੀ ਸੀਗੀ ਉਹ ਸਿੱਖਾਂ ਕੋਲ ਰਹਿਣ ਦਿੱਤੀ, ਪਰ ਉਹਨੇ ਫੈਸਲੇ ਲੈਣ ਦਾ ਤਰੀਕਾ ਤੇ ਆਗੂ ਚੁਣਨ ਦਾ ਤਰੀਕਾ ਆਪਣਾ ਵੋਟਾਂ ਦਾ, ਐਗਜ਼ੈਕਟਿਵ ਦਾ, ਸਬ ਕਮੇਟੀਆਂ ਵਾਲਾ ਉਹ ਲੈ ਆਂਦਾ। ਔਰ ਉਹਦਾ ਤੁਸੀਂ ਦੇਖੋਗੇ ਨਤੀਜਾ ਇਹ ਹੋਇਆ, ਕੋਈ ਇਹ ਗੱਲ ਮੰਨ ਸਕਦਾ ਕਿ ਗੁਰੂ ਮਹਾਰਾਜ ਦੇ ਸਾਜੇ ਹੋਏ ਤਖਤ ਸਾਹਿਬ ਤੋਂ ਇੱਕ ਗੁਰੂ ਦੋਖੀ ਸਾਧ ਨੂੰ, ਸਰਸੇ ਵਾਲੇ ਸਾਧ ਨੂੰ ਬਿਨਾਂ ਮੰਗੀ ਮਾਫੀ ਦੇ ਦਿੱਤੀ ਜਾਵੇ? ਔਰ ਸਾਡੇ ਆਪਣੇ ਪ੍ਰਬੰਧ, ਸਾਡੇ ਚੁਣੇ ਹੋਏ ਜਿਹੜੇ ਆਗੂ ਅੰਗਰੇਜ਼ ਦੇ ਸਿਸਟਮ ਰਾਹੀਂ ਆਏ ਨੇ, ਉਹ ਮਤਲਬ 90 ਲੱਖ ਤੋਂ ਵੱਧ ਰੁਪਈਏ ਜਿਹੜੇ ਆ ਉਹ ਗੁਰੂ ਕੇ ਗੋਲਕ ਦੇ ਵਿੱਚੋਂ ਉਸ ਗਲਤ ਫੈਸਲੇ ਨੂੰ ਸਹੀ ਠਹਿਰਾਉਣ ਦੇ ਵਾਸਤੇ ਇਸ਼ਤਿਹਾਰਾਂ ਦੇ ਰੂਪ ਵਿੱਚ ਖਰਚ ਕਰ ਦੇਣ। ਕਿਸੇ ਵੀ ਪੰਥਕ ਨਿਜ਼ਾਮ ਤਹਿਤ ਇਹ ਗੱਲ ਸੋਚੀ ਨਹੀਂ ਸੀ ਜਾ ਸਕਦੀ। ਸੋ ਜਿੱਥੋਂ ਕਾਣ ਪਈ ਸੀਗੀ ਉੱਥੋਂ ਹੀ ਦੁਬਾਰਾ ਉਹ ਦਰੁਸਤ ਕੀਤੀ ਜਾ ਸਕਦੀ ਹੈ। ਸੋ ਜਿੰਨੀਆਂ ਵੀ ਥਾਵਾਂ ਦੇ ਉੱਪਰ ਅਸੀਂ ਜਾ ਰਹੇ, ਵੱਖ-ਵੱਖ ਜਥਿਆਂ ਨੂੰ ਮਿਲ ਰਹੇ ਹਾਂ, ਜਿਹਦੇ ਵਿੱਚ ਭਵਾਨੀਗੜ੍ਹ, ਸੰਗਰੂਰ, ਪਟਿਆਲਾ, ਫਰੀਦਕੋਟ, ਉਸ ਤੋਂ ਇਲਾਵਾ ਪਾਤੜਾਂ, ਇੱਧਰ ਗੁਰਦਾਸਪੁਰ, ਅੰਮ੍ਰਿਤਸਰ ਸ਼ਹਿਰ ਤੇ ਇਹਦੇ ਨਾਲ ਲੱਗਦੇ ਇਲਾਕੇ, ਸ਼੍ਰੀ ਹਰਗੋਬਿੰਦਪੁਰ ਸਾਹਿਬ ਤੇ ਹੋਰ ਬਹੁਤ ਸਾਰੀਆਂ ਥਾਵਾਂ ਦੇ ਉੱਪਰ ਜਥਿਆਂ ਦੇ ਨਾਲ ਮੁਲਾਕਾਤਾਂ ਹੋਈਆਂ ਨੇ। ਬਾਕੀ ਅਗਲੇ ਦਿਨਾਂ ਦੇ ਵਿੱਚ ਤੈਅ ਨੇ, ਉਹਨਾਂ ਨੂੰ ਮਿਲਣਾ ਆ। ਸੋ ਉੱਥੇ ਇਹੀ ਗੱਲ ਕੀਤੀ ਜਾ ਰਹੀ ਕਿ ਪੰਥਕ ਸੇਵਾ ਸੰਭਾਲ ਦਾ ਨਿਜ਼ਾਮ ਤਾਂ ਹੀ ਆ ਸਕਦਾ ਜੇਕਰ ਅਸੀਂ 2 ਚੀਜ਼ਾਂ ਪੰਥਕ ਰਵਾਇਤ ਦੇ ਅਨੁਸਾਰ ਕਰੀਏ। ਇੱਕ ਕਿ ਸਾਂਝੀ ਪੰਚ ਪ੍ਰਧਾਨੀ ਅਗਵਾਈ ਕਿਸ ਤਰ੍ਹਾਂ ਚੁਣਨੀ ਹੈ, ਤੇ ਦੂਸਰਾ ਸਾਂਝੇ ਫੈਸਲੇ ਗੁਰਮਤੇ ਰਾਹੀਂ ਕਿਵੇਂ ਲੈਣੇ ਆ। ਸੋ ਇਸੇ ਦੇ ਬਾਬਤ ਹੀ ਜ਼ਿਆਦਾ ਗੱਲਬਾਤ ਜਿਹੜੀ ਹੈ ਉਹ ਹੁੰਦੀ ਹੈ। ਕਾਫੀ ਸਾਰੇ ਹਿੱਸੇ ਜਿਹੜੇ ਨੌਜਵਾਨ ਹੈਗੇ ਉਹ ਇਸ ਗੱਲ ਨੂੰ ਸਮਝਦੇ ਵੀ ਨੇ, ਪਰ ਜਿਹੜੇ ਬੰਦੇ ਪਿਛਲੇ ਸਿਸਟਮ ਦੇ ਤਹਿਤ ਵਿਚਰਦੇ ਆ ਰਹੇ ਆ ਉਹਨਾਂ ਨੂੰ ਹਾਲੀ ਇਸ ਗੱਲ ਨੂੰ ਲੱਗਦਾ ਕਿ ਇੰਨੇ ਲੰਬੇ ਸਮੇਂ ਤੋਂ 100 ਸਾਲ ਤੋਂ ਇੱਕ ਲੜੀ ਟੁੱਟੀ ਹੋਈ ਹੈ ਤੇ ਆਪਾਂ ਕਿਸ ਤਰੀਕੇ ਦੇ ਨਾਲ ਇਹਨੂੰ ਕਰ ਲਵਾਂਗੇ। ਤੇ ਅਸੀਂ ਸਾਰਿਆਂ ਨੂੰ ਇਹੀ ਕਹਿੰਦੇ ਆ ਵੀ ਕੀ ਕਰਨਾ ਆ ਇਹਦਾ ਫੈਸਲਾ ਵੀ ਆਪਾਂ ਸਾਂਝੇ ਤੌਰ ਤੇ ਲਈਏ, ਤੇ ਕਿਵੇਂ ਕਰਨਾ ਆ ਇਹਦਾ ਫੈਸਲਾ ਵੀ ਸਾਂਝੇ ਤੌਰ ਦੇ ਉੱਤੇ ਲਈਏ। 28 ਦੀ ਮੀਟਿੰਗ 'ਚ ਇਹੋ ਹੀ ਮੁੱਖ ਮੁੱਦਾ ਉਚਾਰਿਆ ਜਾਊਗਾ, ਕੋਈ ਅਹਿਮ ਫੈਸਲਾ ਵੀ ਲਿਆ ਜਾ ਸਕਦਾ। ਉਸ ਸਬੰਧ ਦੇ ਵਿੱਚ ਜਿੰਨੀ ਪਿੱਠ ਭੂਮੀ ਆ ਉਹ ਤਾਂ ਸਾਰੀ ਇਹੀ ਹੈ, ਤੇ ਜਦੋਂ ਵੀ ਕਿਤੇ ਫੈਸਲਾ ਸਿੱਖ ਸਾਂਝਾ ਲੈਂਦੇ ਰਹੇ ਤੇ ਉਹ ਸਦਾ ਇੱਕ ਨੁਕਤੇ ਦੇ ਉੱਪਰ ਹੀ ਲੈਂਦੇ ਰਹੇ ਆ। ਸੋ ਇਸ ਵਾਰ ਜਿਹੜਾ ਸੱਦਾ ਪੱਤਰ ਦਿੱਤਾ ਜਾ ਰਿਹਾ ਸਾਰੇ ਜਥਿਆਂ ਨੂੰ, ਉਹਦੇ ਵਿੱਚ ਜਿਹੜਾ ਨੁਕਤਾ ਵਿਚਾਰਿਆ ਜਾਣਾ ਉਹ ਇਹ ਹੈ ਕਿ ਗੁਰੂ ਸਾਹਿਬ ਵੱਲੋਂ ਬਖਸ਼ੀ ਹੋਈ ਜਿਹੜੀ ਅਕਾਲ ਤਖਤ ਸਾਹਿਬ ਦੀ ਸੰਸਥਾ ਆ, ਉਹ ਕਿਸੇ ਇੱਕ ਵੋਟਾਂ, ਦੂਜੇ ਦੁਨਿਆਵੀ ਤਖਤਾਂ ਦੇ ਅਧੀਨ ਵੋਟਾਂ ਲੜਨ ਵਾਲੀ ਪਾਰਟੀ ਜਾਂ ਇੱਕ ਪਰਿਵਾਰ ਦੀ ਨੁਮਾਇੰਦਾ ਸੰਸਥਾ ਬਣਨ ਦੀ ਬਜਾਏ ਵਿਸ਼ਵ ਭਰ ਵਿੱਚ ਵੱਸਦੇ ਸਮੁੱਚੇ ਸਿੱਖਾਂ ਦੀ ਨੁਮਾਇੰਦਾ ਸੰਸਥਾ ਕਿਵੇਂ ਬਣੇ। ਸੋ ਇਸ ਨੁਕਤੇ ਦੇ ਉੱਪਰ ਵਿਚਾਰ ਜਿਹੜੀ ਹੈ ਉਹ ਹੋਣੀ ਹੈ। ਸਾਰਿਆਂ ਨੂੰ ਅਸੀਂ ਤਾਂ ਇਹੀ ਬੇਨਤੀ ਕਰ ਰਹੇ ਕਿ ਜੇ ਅਸੀਂ ਚਾਹੁੰਦੇ ਹਾਂ ਕਿ ਪੰਚ ਪ੍ਰਧਾਨੀ ਅਗਵਾਈ ਅਕਾਲ ਤਖਤ ਸਾਹਿਬ ਦੇ ਉੱਪਰ ਲਾਗੂ ਹੋਵੇ, ਗੁਰਮਤੇ ਦੀ ਵਿਧੀ ਅਕਾਲ ਤਖਤ ਸਾਹਿਬ ਦੇ ਉੱਪਰ ਲਾਗੂ ਹੋਵੇ, ਤੇ ਅਸੀਂ ਸਾਰੇ ਜਥਿਆਂ ਨੂੰ ਵੀ ਇਹੀ ਬੇਨਤੀ ਕਰ ਰਹੇ ਕਿ ਤੁਸੀਂ ਵੀ ਸਥਾਨਕ ਪੱਧਰ ਦੇ ਉੱਪਰ ਆਪਣੀ ਇੱਕ ਪੰਚ ਪ੍ਰਧਾਨੀ ਪੰਚਾਇਤ ਚੁਣ ਕੇ, ਸਿੱਖਾਂ ਦੇ ਵਿੱਚ ਇਹ ਰਵਾਇਤ ਰਹੀ ਕਿ 25 ਸਿੰਘਾਂ ਦਾ ਆਪਾਂ ਘੱਟੋ ਘੱਟ ਇੱਕ ਜਥਾ ਬਣਦੇ ਹਾਂ, ਸੋ ਤੁਸੀਂ 25 ਸਿੰਘਾਂ ਦਾ ਜਥਾ, ਪਰ ਉਹ ਜਥਾ ਲੋਕਲ ਸੰਗਤ ਦੀ ਸਹਿਮਤੀ ਦੇ ਨਾਲ ਗੁਰੂ ਮਹਾਰਾਜ ਦੀ ਹਾਜ਼ਰੀ ਦੇ ਵਿੱਚ ਗੁਰਮਤੇ ਦੀ ਵਿਧੀ ਨੂੰ ਅਪਣਾਉਂਦਿਆਂ ਹੋਇਆਂ ਆਪਣੇ ਵਿੱਚੋਂ ਇੱਕ 5 ਸਿੰਘਾਂ ਦੀ ਪੰਚ ਪ੍ਰਧਾਨੀ ਚੁਣ ਕੇ ਆਏ। 25 ਸਿੰਘ ਜਿਹੜੇ ਆ ਉਹ ਸਮਾਗਮ ਦੇ ਵਿੱਚ ਸ਼ਮੂਲੀਅਤ ਕਰਨ, ਤੇ ਪੰਚ ਪ੍ਰਧਾਨੀ ਜਿਹੜੀ 5 ਸਿੰਘਾਂ ਦੀ ਹੋਊਗੀ ਉਹ ਹੋਣ ਵਾਲੀ ਵਿਚਾਰ ਚਰਚਾ ਦੇ ਵਿੱਚ ਤੁਹਾਡੇ ਸਾਰੀ ਸੰਗਤ ਦੀ ਨੁਮਾਇੰਦਗੀ ਦੇ ਤੌਰ ਦੇ ਉੱਪਰ ਉਹ ਪੰਚ ਪ੍ਰਧਾਨੀ ਸ਼ਮੂਲੀਅਤ ਕਰੇ। ਸੋ ਜੇ ਅਸੀਂ ਚਾਹੁੰਦੇ ਹਾਂ ਕਿ ਅਕਾਲ ਤਖਤ ਸਾਹਿਬ ਦੇ ਉੱਪਰ ਸਾਂਝੀ ਅਗਵਾਈ ਤੇ ਸਾਂਝੇ ਫੈਸਲੇ ਲਾਗੂ ਹੋਣ ਤਾਂ ਸਾਨੂੰ ਆਪਣੀਆਂ ਸੰਸਥਾਵਾਂ ਆਪਣੇ ਲੋਕਲ ਪੱਧਰ ਦੇ ਉੱਪਰ ਵੀ ਲਾਗੂ ਕਰਨੇ ਚਾਹੀਦੇ। ਇਹੀ ਸਾਰਿਆਂ ਨੂੰ ਬੇਨਤੀ ਕਰ ਰਹੇ
ਤੇ ਸਾਰੇ ਕਾਫੀ ਜਾਣੇ ਇਸ ਸੰਬੰਧ ਦੇ ਵਿੱਚ ਪੁੱਛ ਵੀ ਰਹੇ ਆ ਵੀ ਕਿਸ ਤਰ੍ਹਾਂ ਹੁੰਦਾ ਆ, ਕੀ ਵਿਧੀ ਵਿਧਾਨ ਹੈ। ਉਸ ਸੰਬੰਧ ਦੇ ਵਿੱਚ ਦਸਤਾਵੇਜ਼ ਵੀ ਤਿਆਰ ਕਰਵਾਏ ਨੇ, ਉਹ ਸਾਰਿਆਂ ਨੂੰ ਦਿੱਤੇ ਜਾਂਦੇ ਆ, ਜਿਸ 'ਚ ਦੱਸਿਆ ਜਾਂਦਾ ਕਿ ਪੰਜ ਪ੍ਰਧਾਨੀ ਕਿਵੇਂ ਚੁਣੀ ਜਾਂਦੀ ਸੀ, ਸਾਖੀ ਸਿੰਘ ਦੀ ਕੀ ਭੂਮਿਕਾ ਹੁੰਦੀ ਸੀ, ਪੰਜ ਪਿਆਰੇ ਕਿਸ ਤਰ੍ਹਾਂ ਚੁਣੇ ਜਾਂਦੇ ਸੀ ਤੇ ਸਾਂਝੀ ਰਾਏ ਕਿਸ ਤਰ੍ਹਾਂ ਲਈ ਜਾਂਦੀ ਸੀ ਤੇ ਫੈਸਲਾ ਕਿਵੇਂ ਹੁੰਦਾ ਸੀਗਾ। ਸੋ ਸਾਰਿਆਂ ਦੇ ਨਾਲ ਸਾਂਝਾ ਕਰ ਰਹੇ ਹਾਂ। ਸਮੇਂ 'ਚ ਸਰਬੱਤ ਖਾਲਸਾ ਦੀ ਉਮੀਦ ਰੱਖੀ ਜਾ ਸਕਦੀ ਹੈ ਕਿ ਜਿਹੜਾ ਸਰਬੱਤ ਖਾਲਸਾ ਇਸ ਪ੍ਰੋਗਰਾਮ ਤੋਂ ਬਾਅਦ 'ਚ ਕੋਈ ਨਾ ਕੋਈ ਟਾਈਮ ਰੱਖਿਆ ਜਾ ਸਕਦਾ? ਦੇਖੋ, ਸਰਬੱਤ ਖਾਲਸਾ ਹੋਣਾ ਚਾਹੀਦਾ, ਇਸ ਗੱਲ ਤੋਂ ਤਾਂ ਕੋਈ ਵੀ ਸਿੱਖ ਦੁਨੀਆ ਦਾ ਮੁਨਕਰ ਨਹੀਂ ਹੈਗਾ। ਪਰ ਪਿਛਲੇ ਸਾਰੇ ਸਮੇਂ ਦੇ ਦੌਰਾਨ ਆਪਾਂ ਇਹ ਗੱਲ ਦੇਖੀ ਕਿ ਹਾਲਾਤ ਨਹੀਂ ਉਸ ਤਰ੍ਹਾਂ ਦੇ ਰਹੇ। ਹਾਲਾਤ ਇਸ ਕਰਕੇ ਨਹੀਂ ਰਹੇ ਕਿ ਸਰਬੱਤ ਖਾਲਸਾ ਤੇ ਗੁਰਮਤਾ ਦੋ ਇਦਾਂ ਦੀਆਂ ਸੰਸਥਾਵਾਂ ਨੇ ਜਿਨ੍ਹਾਂ ਦੀ ਸਿੱਖਾਂ 'ਚ ਮਾਨਤਾ ਬਹੁਤ ਜ਼ਿਆਦਾ ਆ, ਪਰ ਉਹ ਮਾਨਤਾ ਇਸ ਕਰਕੇ ਆ ਕਿ ਪਿਛਲੇ ਸਾਰੇ ਸਮੇਂ ਦੇ ਦੌਰਾਨ ਉਹ ਨਿਸ਼ਕ੍ਰਿय ਰਹੀਆਂ, ਹੋਏ ਨਹੀਂ। ਇਸ ਕਰਕੇ ਸਿੱਖ ਜਦੋਂ ਵੀ ਸਰਬੱਤ ਖਾਲਸੇ ਨੂੰ ਤਸੱਵਰ ਕਰਦੇ ਤੇ ਉਹ 18ਵੀਂ ਸਦੀ ਵਾਲੀ ਉਚਾਈ ਦੇ ਉੱਪਰ ਹੀ ਦੇਖਦੇ ਆ। ਇਸ ਕਰਕੇ ਜਦੋਂ ਦਾ ਉਹ ਮਾਹੌਲ ਸੀਗਾ ਉਸ ਸਮੇਂ ਦਾ ਕਿ ਕਿਸੇ ਇੱਕ ਧਿਰ ਦੇ ਅਨੁਸਾਰ ਹੀ ਫੈਸਲੇ ਹੋਣ ਦੀ ਬਜਾਏ ਸਮੁੱਚੇ ਪੰਥ ਦੇ ਸਰੋਕਾਰਾਂ ਨੂੰ ਮੁਖਾਤਬ ਹੋ ਕੇ ਫੈਸਲੇ ਕਿਵੇਂ ਹੋਣ, ਉਹਦੇ ਵਾਸਤੇ ਆ ਸਾਰਾ ਜਿਹੜਾ ਗਰਾਊਂਡ ਵਰਕ ਆ ਜਾਂ ਆਪਾਂ ਕਹੀਏ ਵੀ ਜ਼ਮੀਨ ਦੇ ਉੱਪਰ ਮਾਹੌਲ ਬਣਾਉਣ ਦੀ ਕੋਸ਼ਿਸ਼ ਆ, ਉਹ ਕਰਨੀ ਚਾਹੀਦੀ। ਆਪਾਂ ਪਿਛਲੇ ਸਮੇਂ ਦੇ ਦੌਰਾਨ ਦੇਖਿਆ ਕਿ ਕੁਝ ਇਕੱਤਰਤਾਵਾਂ ਹੋਈਆਂ ਵੀ ਇਸ ਤਰ੍ਹਾਂ ਦੀਆਂ, ਪਰ ਉਹਨਾਂ ਦੇ ਵਿੱਚ ਜਿਹੜੇ ਫੈਸਲੇ ਹੋਏ ਜਾਂ ਫੈਸਲੇ ਲੈਣ ਦੀ ਵਿਧੀ ਸੀਗੀ, ਜਾਂ ਬਹੁਤੇ ਸਿੱਖ ਤਾਂ ਹੁਣ ਬਹੁਤ ਵੱਡੇ ਇਕੱਠ ਨੂੰ ਸਰਬੱਤ ਖਾਲਸਾ ਮੰਨਦੇ ਆ। ਹਾਲਾਂਕਿ ਇਤਿਹਾਸ ਦੇ ਵਿੱਚ ਕਿਤੇ ਵੀ ਨਹੀਂ ਰਹੇ ਤਾਂ ਨੁਮਾਇੰਦਾ ਜਿਹੜੇ ਸਿੱਖ ਗੁਰਸੰਗਤ ਦੇ ਖਾਲਸਾ ਪੰਥ ਦੇ ਜਥੇ ਹੁੰਦੇ ਸੀਗੇ, ਉਹਨਾਂ ਦੇ ਨੁਮਾਇੰਦਾ ਇਕੱਤਰਤਾ ਜਿਹੜੀ ਆ ਉਹ ਸਰਬੱਤ ਖਾਲਸਾ ਹੁੰਦੀ ਸੀ। ਸੋ ਪਹਿਲੋਂ ਉਹ ਜਥੇ ਕਿਰਿਆਸ਼ੀਲ ਹੋਣੇ ਚਾਹੀਦੇ, ਉਹਨਾਂ ਜਥਿਆਂ ਦੇ ਵਿੱਚ ਪੰਜ ਪ੍ਰਧਾਨੀ ਤੇ ਗੁਰਮਤਾ ਲਾਗੂ ਹੋਣਾ ਚਾਹੀਦਾ। ਤੇ ਇਹ ਸਾਰੀ ਕਵਾਇਦ ਜਿਹੜੀਆਂ ਸਾਡੀਆਂ ਸ਼ਖਸੀਅਤਾਂ ਵੱਲੋਂ ਸ਼ੁਰੂ ਕੀਤੀ ਗਈ ਹੈ, ਮੈਂ ਇਹ ਸਮਝਦਾ ਕਿ ਸਰਬੱਤ ਖਾਲਸਾ ਹੋਣ ਦਾ ਮਾਹੌਲ ਸਿੱਖਾਂ ਦੇ ਵਿੱਚ ਬਣੇ, ਉਹਦੇ ਵਾਸਤੇ ਬਿਲਕੁਲ ਨੀਂਹ ਦਾ ਕੰਮ ਜਿਹੜਾ ਆ ਉਹ ਇਹ ਕਰ ਰਹੇ ਨੇ। ਹਾਂਜੀ, ਪਰਮਜੀਤ ਸਿੰਘ ਗਾਜੀ ਸਾਡੇ ਨਾਲ ਸੀ, ਕਹਿੰਦੇ ਕਿ ਸਰਬੱਤ ਖਾਲਸਾ ਕੌਣ ਨਹੀਂ ਕਹਿੰਦਾ, ਹਰ ਸਿੱਖ ਚਾਹੁੰਦਾ ਸਰਬੱਤ ਖਾਲਸਾ ਹੋਵੇ, ਪਰ ਹੋਣਾ ਕਿਵੇਂ ਚਾਹੀਦਾ, ਵਿਧੀ ਵਿਧਾਨ ਕੀ ਚਾਹੀਦਾ, ਪੰਜ ਪ੍ਰਧਾਨੀ ਕੀ ਸੀ, ਸਾਡੀ ਪੰਜ ਪ੍ਰਧਾਨੀ ਦੇ ਹਿਸਾਬ ਦੇ ਨਾਲ ਹੀ ਫੈਸਲੇ ਲਏ ਜਾਂਦੇ ਸੀ। ਪਰ ਹੁਣ ਉਸ ਪੰਜ ਪ੍ਰਧਾਨੀ ਨੂੰ ਮੁੱਖ ਰੱਖਦੇ ਹੋਏ ਜੋ ਫੈਸਲੇ ਲਏ ਜਾਣਗੇ ਉਹ ਤੱਕ ਸ੍ਰੀ ਕੇਸਗੜ੍ਹ ਸਾਹਿਬ ਦੇ ਇੱਕ ਵੱਡਾ ਇਕੱਠ ਹੋਣ ਜਾ ਰਿਹਾ, ਉਸ ਇਕੱਠ ਦੇ ਵਿੱਚ ਲਏ ਜਾ ਸਕਦੇ ਆ। ਕਿਹੋ ਜਿਹਾ ਵਿਧੀ ਵਿਧਾਨ ਹੋਏਗਾ ਤੇ ਆਉਣ ਵਾਲਾ ਸਮਾਂ ਹੀ ਦੱਸੂਗਾ, ਕਿਉਂਕਿ ਪੰਜ ਪ੍ਰਧਾਨੀ ਬਾਰੇ ਜਾਂ ਬਾਕੀ ਭਾਈ ਬਦਲ ਸਿੰਘ ਬਿੱਟੂ ਵੱਲੋਂ ਲਿਖੀ ਹੋਈ ਕਿਤਾਬ ਤੇ ਅੱਜ ਜਿਹੜੀ ਗੱਲਬਾਤ ਹੋਈ ਆ, ਦੂਜੀ ਕਿਤਾਬ ਭਾਈ ਸਾਹਿਬ ਨੇ ਲਿਖੀ ਆ ਜੋ ਸਾਖੀ ਦੇ ਰੂਪ ਵਿੱਚ ਲੋਕਾਂ ਤੱਕ ਪਹੁੰਚੂਗੀ, ਜਿਹਦੇ ਵਿੱਚ ਆਮ ਲੋਕਾਂ ਦੀਆਂ ਗੱਲਾਂ ਹੋਣਗੀਆਂ। 80 ਤੋਂ 90 ਦਹਾਕੇ ਦੇ ਵਿੱਚ ਜਦੋਂ ਸਿੱਖ ਸੰਘਰਸ਼ ਜ਼ੋਰਾਂ ਤੇ ਸੀ, ਉਦੋਂ ਕੀ ਵਾਪਰਿਆ, ਕਿੱਦਾਂ ਫੜ ਲਿਆ ਜਾਂਦਾ ਸੀ, ਕਿੱਦਾਂ ਮਾਰ ਖਪਾ ਦਿੱਤਾ ਜਾਂਦਾ ਸੀ, ਕੌਣ ਸੀ ਉਹ ਲੋਕ ਜਿਹੜੇ ਆਮ ਲੋਕ ਸੀ ਜਿਹੜੇ ਅੰਗੋਲੇ ਕਰ ਛੱਡੇ ਸੀ, ਉਹ ਭਾਈ ਦਲਜੀਤ ਸਿੰਘ ਬਿੱਟੂ ਦੀ ਕਿਤਾਬ ਦੇ ਵਿੱਚ ਹੂ ਬਹੂ ਲਿਖਤ ਦੇ ਵਿੱਚ ਛਪੇ ਆ।